ਸੋ ਹੁਣ ਵਧਦੇ ਹਾਂ ਅਸੀਂ ਆਪਣੇ ਪੰਜਾਬ ਦੇ ਮੁੱਦਿਆਂ ਵੱਲ, ਅਸੀਂ ਆਪਣੇ ਭਾਰਤ ਦੇ ਮੁੱਦਿਆਂ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਪਵਨਦੀਪ ਸ਼ਰਮਾ। ਪਵਨ ਜੀ, ਵੈਲਕਮ ਟੂ ਪੰਜਾਬ ਚਰਚਾ। ਧੰਨਵਾਦ ਸੰਜੀਵ ਜੀ, ਔਰ ਪੰਜਾਬ ਮੇਲ ਯੂਐਸਏ ਟੀਵੀ ਦੇਖ ਰਹੇ तमाम ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬ ਦੇ ਵਿੱਚ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਬਣੇ ਹੋਏ ਨੇ ਕਿਉਂਕਿ ਮੀਂਹ ਕਰਕੇ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਔਰ ਕਈ ਥਾਂ ਦੇ ਉੱਤੇ ਤਾਂ ਬਿਲਕੁਲ ਹੜ੍ਹ ਆਏ ਹੋਏ ਨੇ। ਪੰਜਾਬ ਸਰਕਾਰ ਵੀ ਚਿੰਤਾ 'ਚ ਹੈ, ਪੂਰੀ ਭਾਰਤ ਸਰਕਾਰ ਚਿੰਤਾ 'ਚ ਹੈ ਤੇ ਉਧਰੋਂ ਜਿੰਨੇ ਵੀ ਪਹਾੜੀ ਇਲਾਕੇ ਨੇ ਉਹਨਾਂ ਦੇ ਵਿੱਚ ਤਾਂ ਜਨ ਜੀਵਨ ਬਿਲਕੁਲ ਤਹਿਸ ਨਹਿਸ ਹੋ ਚੁੱਕਾ ਹੈ। ਅਸੀਂ ਦੇਖਦੇ ਪਏ ਹਾਂ, ਵੀਡੀਓਜ਼ ਆਉਂਦੀਆਂ ਪਈਆਂ ਨੇ, ਤਬਾਹੀ ਦਾ ਮੰਜ਼ਰ ਦੇਖ ਕੇ ਦਿਲ ਦਹਿਲਾ ਦੇਣ ਵਾਲੇ ਮੰਜ਼ਰ ਨੇ। ਸੋ ਪਵਨ ਜੀ, ਇਸ ਵਕਤ ਜੋ ਸਥਿਤੀ ਹੈ ਉਹ ਤੁਹਾਡੇ ਮੁਤਾबिक ਜੋ ਤੁਸੀਂ ਐਨਾਲਿਸਿਸ ਕਰਦੇ ਹੋ। ਦੇਖੋ ਸੰਜੀਵ ਜੀ, ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹਾਂ ਦੀ ਮਾਰ ਔਰ ਪੰਜਾਬ ਦਾ ਕਿਸਾਨੀ ਖਿੱਤੇ ਵਾਲਾ ਸੂਬਾ ਹੋਣਾ, ਜਿਹਦੇ ਵਿੱਚ ਬਹੁਤ ਵੱਡੇ ਲੈਵਲ ਤੇ ਕਿਸਾਨੀ ਕੀਤੀ ਜਾਂਦੀ ਆ। ਔਰ ਪੰਜਾਬ ਹੀ ਅਜਿਹਾ ਸੂਬਾ ਜਿਹੜਾ ਪੂਰੇ ਭਾਰਤ ਦੇਸ਼ ਨੂੰ ਰਜਾਉਣ ਵਾਲਾ, ਅੰਨ ਪੈਦਾ ਕਰਨ ਵਾਲਾ ਸੂਬਾ। ਇਸ ਕਰਕੇ ਜੇ ਇੱਥੇ ਫਲੱਡਸ ਆਉਂਦੇ ਆ, ਉਹ ਫਲੈਟ ਧਰਾਤਲ ਜਿਹੜੀ ਜ਼ਮੀਨਾਂ ਹੈਗੀਆਂ ਉਹਨਾਂ ਦੇ ਉੱਤੇ ਨੁਕਸਾਨ ਪਹੁੰਚਦਾ, ਕਿਸਾਨੀ ਨੂੰ ਨੁਕਸਾਨ ਪਹੁੰਚਦਾ, ਘਰਾਂ ਨੂੰ ਨੁਕਸਾਨ ਪਹੁੰਚਦਾ। ਬਹੁਤ ਸਾਰੇ ਰਿਵਰਸ ਜਿਹੜੇ ਆ ਓਵਰਫਲੋ ਹੋ ਗਏ। ਬਹੁਤ ਸਾਰੇ ਅਸੀਂ ਵੀਡੀਓ ਸੋਸ਼ਲ ਮੀਡੀਆ ਚੈਨਲਸ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਪੁਲ ਟੁੱਟ ਗਏ। ਔਰ ਇਹ ਸਾਰੀਆਂ ਗੱਲਾਂ ਜਦੋਂ ਪੰਜਾਬ ਦੇ ਵਿੱਚ ਸਾਨੂੰ ਦਰਪੇਸ਼ ਆ ਰਹੀਆਂ, ਜਿਹਦੇ ਨਾਲ ਪੰਜਾਬ ਦੀ ਆਰਥਿਕ ਸਥਿਤੀ ਨੂੰ ਵੀ ਬੜੀ ਵੱਡੀ ਸੱਟ ਵੱਜਦੀ ਆ। ਔਰ ਜਿੱਥੇ ਕਿਸਾਨੀ ਨੂੰ ਬੜੀ ਵੱਡੀ ਮਾਰ ਪੈਂਦੀ ਆ, ਉੱਥੇ ਓਵਰਆਲ ਬਿਜ਼ਨਸ ਵੀ ਜਿਹੜੇ ਆ ਪੰਜਾਬ ਦੇ ਵਿੱਚ ਇਸ ਗੱਲ ਦੇ ਨਾਲ ਬਹੁਤ ਵੱਡੇ ਲੈਵਲ ਤੇ ਪ੍ਰਭਾਵਿਤ ਹੁੰਦੇ ਆ। ਤਾਂ ਕਿ ਟਰਾਂਸਪੋਰਟ ਪ੍ਰਭਾਵਿਤ ਹੋ ਜਾਂਦੀ ਆ, ਸੜਕਾਂ ਟੁੱਟ ਜਾਂਦੀਆਂ, ਕਨੈਕਸ਼ਨ ਟੁੱਟ ਜਾਂਦੇ ਆ, ਦੂਜੀ ਸਟੇਟਾਂ ਦੇ ਨਾਲ ਕਨੈਕਸ਼ਨ ਟੁੱਟ ਜਾਂਦੇ ਆ। ਫਿਰ ਓਵਰਫਲੋ ਰਿਵਰਸ ਜਿਹੜੇ ਆ ਉਹਨਾਂ ਕਰਕੇ ਜਿਹੜੇ ਉਹਨਾਂ ਦੇ ਕਿਨਾਰਿਆਂ ਦੇ ਘਰ ਬਣੇ ਆ, ਉਹ ਸਾਨੂੰ ਡਿੱਗਦੇ ਟੁੱਟਦੇ ਦਿਖਾਈ ਦਿੱਤੇ। ਹੋਰ ਸਟੇਟਾਂ ਦੇ ਵਿੱਚ ਕਈ ਜਗ੍ਹਾ ਏਟੀਐਮਸ ਮਸ਼ੀਨਾਂ ਪਾਣੀ ਦੇ ਵਿੱਚ ਰੁੜ ਗਈਆਂ, ਲੋਕਾਂ ਦੀਆਂ ਕਾਰਾਂ ਰੁੜ ਗਈਆਂ, ਜਾਨ ਮਾਲ ਦਾ ਨੁਕਸਾਨ ਹੋਇਆ, ਜਾਨਵਰਾਂ ਦਾ ਨੁਕਸਾਨ ਹੋਇਆ, ਮਵੇਸ਼ੀਆਂ ਦਾ ਨੁਕਸਾਨ ਹੋਇਆ। ਇਹ ਸਾਰੀਆਂ ਗੱਲਾਂ ਇਸ ਵੇਲੇ ਪੰਜਾਬ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਹੀਆਂ। ਔਰ ਫਲੱਡਸ ਦਾ ਬੜਾ ਵੱਡਾ ਕਾਰਨ ਆ ਪੰਜਾਬ ਦੇ ਵਿੱਚ। ਤੁਸੀਂ ਪਿਛਲੇ ਸਮੇਂ ਦੇ ਵਿੱਚ ਵੇਖਿਆ ਹੋਊਗਾ, BSF ਨੇ, ਬਾਰਡਰ ਸਿਕਿਉਰਿਟੀ ਫੋਰਸ ਨੇ ਵੀ ਇਹ ਚਿਤਾਇਆ ਸੀ ਕਿ ਪੰਜਾਬ ਦੇ ਬਾਰਡਰ ਏਰੀਆਜ਼ ਦੇ ਵਿੱਚ ਜਿੱਥੇ ਬੜੇ ਵੱਡੇ ਲੈਵਲ ਤੇ ਇਲੀਗਲ ਮਾਈਨਿੰਗ ਜਿਹੜੀ ਆ ਉਹ ਸਾਨੂੰ ਦੇਖਣ ਨੂੰ ਮਿਲ ਰਹੀ ਆ, ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਲੱਡਸ ਦਾ ਰੂਪ ਸਾਨੂੰ ਦੇਖਣ ਨੂੰ ਮਿਲੇਗਾ। ਕਿਉਂਕਿ ਇੱਕ ਠੋਕਰ ਬਣ ਜਾਂਦੀ ਆ, ਠੋਕਰ ਬਣਨ ਦੇ ਨਾਲ ਪਾਣੀ ਦਾ ਫਲੋ ਜਦੋਂ ਪਾਣੀ ਉੱਤੇ ਟਕਰਾਉਂਦਾ ਤੇ ਹੋਰ ਤੇਜ਼ੀ ਦੇ ਨਾਲ ਉਛਲ ਕੇ ਸਾਹਮਣੇ ਆਉਂਦਾ, ਜਿਹਦੇ ਨਾਲ ਫਲੱਡਸ ਪੈਦਾ ਹੁੰਦੇ ਆ। ਜਿਹਦੇ ਨਾਲ ਜਿਹੜੀ ਜ਼ਮੀਨ ਮਿੱਟੀ ਆ ਉਹ ਵੀ ਖੁਰਦੀ ਜਾਂਦੀ ਆ। ਡੀਫੋਰੈਸਟੇਸ਼ਨ ਵੀ ਇਹਦਾ ਬੜਾ ਵੱਡਾ ਕਾਰਨ ਆ, ਰੁੱਖਾਂ ਦੀ ਘੱਟ ਗਿਣਤੀ ਹੋਣਾ, ਫਿਰ ਡੈਮ ਜਿਹੜੇ ਕੋਲੈਪਸ ਕਰ ਜਾਣੇ, ਜੇ ਸਨੋ ਮੈਲਟ ਹੁੰਦੀ ਆ ਉਹ ਵੀ ਕਾਰਨ ਹੋ ਜਾਂਦਾ ਫਲੱਡਸ ਦੇ ਆਉਣ ਦਾ। ਗ੍ਰੀਨ ਹਾਊਸ ਗੈਸਿਸ ਇਹਦੇ ਵਿੱਚ ਬਹੁਤ ਆਪਣਾ ਰੋਲ ਅਦਾ ਕਰਦੀਆਂ ਨੇ। ਬਹੁਤ ਸਾਰੇ ਇਦਾਂ ਦੇ ਫੈਕਟਰਸ ਹੁੰਦੇ ਆ ਜਿਹਦੇ ਵਿੱਚ ਡਰੇਨੇਜ ਸਿਸਟਮ ਅੱਛਾ ਨਾ ਹੋਵੇ, ਮੀਂਹ ਦੀ ਪੈਦਾਵਾਰ, ਮੀਂਹ ਜਿਹੜਾ ਉਹ ਜ਼ਿਆਦਾ ਹੋ ਜਾਣਾ, ਬਹੁਤ ਵੱਡੇ ਲੈਵਲ ਤੇ ਜ਼ਿਆਦਾ ਬਾਰਿਸ਼ ਹੋ ਜਾਣੀ, ਰਿਕਾਰਡ ਤੋੜ ਬਾਰਿਸ਼ ਇਸ ਵੇਲੇ ਪੰਜਾਬ ਦੇ ਵਿੱਚ ਹੋ ਜਾਣੀ, ਜਿਹਦੇ ਕਰਕੇ ਫਲੱਡਸ ਦੀ ਸਥਿਤੀ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ। ਔਰ ਸਰਕਾਰਾਂ ਦਾ ਜਿੱਥੇ ਰੋਲ ਬਣਦਾ ਹੈ ਕਿ ਇਹ ਫਲੱਡਸ ਨੂੰ, ਸਥਿਤੀ ਨੂੰ ਕਿੱਦਾਂ ਮੈਨੇਜ ਕਰਨਾ, ਵੈਸੇ ਤਾਂ ਐਂਟੀਸਿਪੇਟ ਕਰਨਾ ਹੁੰਦਾ। ਅੱਜ ਕੱਲ੍ਹ ਮਾਡਰਨ ਟੈਕਨੋਲੋਜੀ ਆ, 15 20 ਦਿਨ ਤੋਂ ਪਹਿਲਾਂ ਹੀ ਸਾਨੂੰ ਅਹਿਸਾਸ ਹੋ ਜਾਂਦਾ ਕਿ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਣਾ। ਸਰਕਾਰਾਂ ਨੂੰ ਉਹਦੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਸੀ। ਸਰਕਾਰਾਂ ਨੂੰ ਵੱਡੇ ਲੈਵਲ ਦੇ ਉੱਤੇ ਇਸ ਗੱਲ ਲਈ ਪ੍ਰਿਪੇਅਰ ਰਹਿਣਾ ਚਾਹੀਦਾ ਸੀ, ਐਂਟੀਸਿਪੇਟ ਕਰਨਾ ਚਾਹੀਦਾ ਸੀ ਕਿ ਕਿਵੇਂ ਇਹ ਸਾਰੇ ਮਸਲੇ ਦਾ ਹੱਲ ਕੀਤਾ ਜਾਵੇ ਜਿਹੜਾ ਲੋਕਾਂ ਦੇ ਸਾਹਮਣੇ ਪੇਸ਼ ਹੋਣਾ। ਪਰ ਇਸ ਵਾਰ ਪੰਜਾਬ ਦੇ ਵਿੱਚ ਤਾਂ ਮੀਂਹ ਨੇ ਰਿਕਾਰਡ ਹੀ ਤੋੜ ਦਿੱਤਾ। ਚੰਡੀਗੜ੍ਹ ਦੇ ਵਿੱਚ ਸੜਕਾਂ ਦਾ ਬੁਰਾ ਹਾਲ ਹੋ ਗਿਆ, ਪਾਣੀ ਭਰ ਗਿਆ, ਕਲੌਗਿੰਗ ਹੋ ਗਈ। ਤੁਸੀਂ ਦੇਖਿਆ ਖਰੜ ਦੇ ਵਿੱਚ ਕੀ ਹਾਲਾਤ ਪੈਦਾ ਹੋ ਗਏ, ਪਟਿਆਲੇ ਦੇ ਵਿੱਚ ਕੀ ਹਾਲਾਤ ਪੈਦਾ ਹੋ ਗਏ, ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਦੇ ਵਿੱਚ। ਔਰ ਕੱਲ੍ਹ ਹੀ ਹਰੀਕੇ ਦੇ ਵਿੱਚ ਵੀ ਜਿਹੜਾ ਉਹ ਪਾਣੀ ਛੱਡਿਆ ਗਿਆ, ਲਗਭਗ ਲੱਖਾਂ ਦੇ ਵਿੱਚ ਛੱਡਿਆ ਗਿਆ ਕਿਊਸਿਕ ਪਾਣੀ ਜਿਹੜਾ ਉਹ ਛੱਡਿਆ ਗਿਆ, ਜਿਹਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਕਿ ਇੱਥੇ ਲੋਕ ਨਾ ਹੋਣ, ਮਵੇਸ਼ੀ ਜਾਨਵਰ ਲੋਕਾਂ ਦੇ ਨਾ ਹੋਣ, ਸੇਫ ਸਿਕਿਉਰ ਜਗ੍ਹਾ ਤੇ ਲੋਕ ਆਪਣਾ ਮੂਵ ਕਰ ਜਾਣ। ਇਹ ਸਾਰੀਆਂ ਗੱਲਾਂ ਅਸੀਂ ਜਿਹੜੇ ਕੁਝ ਏਰੀਆ ਦੇ ਵਿੱਚ ਬੈਠੇ, ਥੋੜੇ ਹਾਈ ਏਰੀਆ ਦੇ ਵਿੱਚ ਬੈਠੇ ਆ, ਤੇ ਸਾਨੂੰ ਇਹ ਲੱਗਦਾ ਕਿ ਚਲੋ ਅਸੀਂ ਟੀਵੀ ਦੇ ਵਿੱਚ ਖਬਰਾਂ ਦੇਖ ਰਹੇ, ਨੁਕਸਾਨ ਹੋ ਰਿਹਾ। ਪਰ ਅਮਲੀ ਇਹਦੀ ਹਕੀਕਤ ਜ਼ਮੀਨ ਦੇ ਉੱਤੇ ਜਿਨ੍ਹਾਂ ਦੇ ਨਾਲ ਇਹ ਵਾਕਿਆ ਪੇਸ਼ ਆ ਰਿਹਾ, ਉਹਨਾਂ ਦੇ ਘਰ ਇਸ ਵੇਲੇ ਉਜੜ ਗਏ, ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਲਗਭਗ ਇੰਪੋਸੀਬਲ ਨਜ਼ਰ ਆ ਰਹੀ ਹੈ। ਕਈਆਂ ਦੀਆਂ ਜਾਨਾਂ ਗਈਆਂ, ਕਈਆਂ ਦੇ ਬੱਚੇ ਰੁੜ ਗਏ, ਕਈਆਂ ਦੇ ਕੀਮਤੀ ਘਰ, ਕੀਮਤੀ ਸਮਾਨ ਰੁੜ ਗਏ, ਸਾਰੀ ਉਮਰ ਦੀ ਕਮਾਈ ਇਸ ਦੇ ਵਿੱਚ ਚਲੀ ਗਈ। ਔਰ ਸਰਕਾਰਾਂ ਫਿਰ ਉਹੀ ਪ੍ਰੋਸੀਜਰ ਅਪਣਾਉਣਗੀਆਂ, ਜਿਹੜੀਆਂ ਮੁਆਵਜ਼ੇ ਦੀਆਂ ਗੱਲਾਂ ਆਉਂਦੀਆਂ, ਕਿਸਾਨੀ ਦੇ ਮਾਮਲੇ 'ਚ ਮੁਆਵਜ਼ੇ ਦੀਆਂ ਗੱਲਾਂ ਆਉਂਦੀਆਂ ਕਿ ਹਾਂਜੀ ਉਹਦੀ ਅਸੀਂ ਸਾਰਿਆਂ ਨੂੰ ਵੈਰੀਫਾਈ ਕਰਾਵਾਂਗੇ, ਗਿਰਦੌਰੀਆ ਕਰਾਵਾਂਗੇ, ਜਾਂਚ ਕਰਾਵਾਂਗੇ ਕਿੰਨਾ ਕਿੰਨਾ ਨੁਕਸਾਨ ਕਿਸੇ ਦਾ ਹੋਇਆ, ਫਿਰ ਉਸ ਤੋਂ ਬਾਅਦ ਉਹਨੂੰ ਮੁਆਵਜ਼ਾ ਦੇਵਾਂਗੇ। ਉਹ ਸਾਰੀਆਂ ਗੱਲਾਂ ਵੀ ਆਪਣਾ ਇੱਕ ਟਾਈਮ ਲੈਣਗੀਆਂ। ਮੁਆਵਜ਼ਾ ਵੀ ਪੂਰਾ ਮਿਲਦਾ, ਨਹੀਂ ਮਿਲਦਾ,
ਕੀ ਹੋਣਾ, ਕਿਸਾਨੀ ਫਿਰ ਦੁਬਾਰਾ ਜਿਹੜੀ ਆਪਣੇ ਪੈਰਾਂ ਤੇ ਖੜੀ ਹੋਣੀ ਨਹੀਂ ਹੋਣੀ। ਮੈਂ ਤੇ ਅੱਗੇ ਵੀ ਕਈ ਵਾਰੀ ਇਹ ਗੱਲ ਕਹਿਣਾ ਹੁੰਨਾ ਕਿ ਕਿਸਾਨ ਔਰ ਫੌਜੀ ਸਾਡੇ ਦੇਸ਼ ਦੇ ਵਿੱਚ ਬੜਾ ਉੱਚਾ ਸਥਾਨ ਰੱਖਦੇ ਆ। ਪੰਜਾਬ ਦੇ ਵਿੱਚ ਸਪੈਸ਼ਲੀ ਜਿਹੜਾ ਕਿਸਾਨ ਆ, ਜੀ। ਉਹਦਾ ਵੀ ਰੂਪ ਆ, ਉਹ ਦੂਸਰਾ ਫੌਜੀ ਦਾ ਰੂਪ ਆ। ਕਿਸਾਨ ਨੇ ਹੀ ਪੂਰੇ ਦੇਸ਼ ਦਾ ਅੰਨ ਭੰਡਾਰ ਦੇ ਨਾਲ ਪੇਟ ਜਿਹੜਾ ਉਹ ਪਾਲਿਆ, ਔਰ ਕਿਸਾਨ ਨੂੰ ਬਚਾਉਣਾ ਬੜਾ ਜ਼ਰੂਰੀ ਹੈਗਾ। ਫਿਰ ਹੁਣ ਮੁਆਵਜ਼ਿਆਂ ਦੀਆਂ ਗੱਲਾਂ ਹੋਣਗੀਆਂ, ਉਹਨਾਂ ਦੀ ਜ਼ਮੀਨ ਦੀਆਂ ਮਿਣਤੀਆਂ ਗਰਦੌਰੀਆਂ ਹੋਣਗੀਆਂ, ਪਰ ਉਹਨਾਂ ਨੂੰ ਫਿਰ ਮੁਆਵਜ਼ੇ ਪੂਰੇ ਨਹੀਂ ਮਿਲਣੇ। ਜਿਨ੍ਹਾਂ ਨੇ ਪੁੱਤਾਂ ਵਾਂਗ ਫਸਲ ਪਾਲੀ, ਜਿਹਦੇ ਵਿੱਚ ਖਾਦਾਂ ਦੀ ਲੋੜ ਪੈਂਦੀ ਆ, ਪਾਣੀਆਂ ਦੀ ਲੋੜ ਪੈਂਦੀ ਆ, ਪੁੱਤਾਂ ਵਾਂਗ ਫਸਲ ਨੂੰ ਪਾਲ ਕੇ ਵੱਡੀ ਕਰਦੇ ਆ, ਹੜ੍ਹ ਆਉਂਦੇ ਆ ਤੇ ਉਹ 1 ਮਿੰਟ ਦੇ ਵਿੱਚ ਫਸਲ ਜਾਂਦੀ ਆ, ਉਹ ਜਾਂਦੀ ਬਣਦੀ ਆ, ਤੇ ਫਿਰ ਉਹਨਾਂ ਦੇ ਹਾਲਾਤ ਕੀ ਪੈਦਾ ਹੁੰਦੇ ਆ। ਮੈਂ ਆਪਣੇ ਜੀਵਨ ਦੇ ਵਿੱਚ ਕਿਸੇ ਫੌਜੀ ਨੂੰ ਜਾਂ ਇਮਾਨਦਾਰ ਕਿਸਾਨ ਨੂੰ ਕਦੀ ਵੀ ਇਮਾਨਦਾਰੀ ਦੇ ਨਾਲ ਅਮੀਰ ਹੁੰਦੇ ਨਹੀਂ ਦੇਖਿਆ। ਸਭ ਤੋਂ ਜ਼ਿਆਦਾ ਮਿਹਨਤ ਕਰਨ ਵਾਲੇ ਇਹ ਲੋਕ ਆ। ਆਪਣੇ ਖੂਨ ਦੇ ਨਾਲ ਜਿਹੜਾ ਇਹ ਮਿਹਨਤ ਕਰਕੇ, ਖੂਨ ਪਸੀਨੇ ਦੇ ਨਾਲ ਮਿਹਨਤ ਕਰਕੇ ਜਿਹੜਾ ਇਹ ਜ਼ਮੀਨ ਦੇ ਵਿੱਚ ਆਪਣਾ ਆਰਟ ਦਿਖਾ ਕੇ ਅੰਨ ਪੈਦਾ ਕਰਦੇ ਆ। ਪਰ ਏਦਾਂ ਦੀ ਹੜ੍ਹਾਂ ਦੀ ਮਾਰ ਦੇ ਨਾਲ ਇਹਨਾਂ ਦਾ ਜੀਵਨ ਮਾਲ ਜਿਹੜਾ ਜਾਨ ਮਾਲ ਹੈ ਉਹ ਨੁਕਸਾਨਿਆ ਜਾਂਦਾ। ਸਰਕਾਰਾਂ ਫਿਰ ਉਹੀ ਲੰਬੇ ਪ੍ਰੋਸੀਜਰਸ, ਰੈਡ ਟੇਪਿਜ਼ਮ, ਕਾਗਜ਼ੀ ਪੜਤੀ ਗੱਲਾਂ ਜਿਹੜੀਆਂ ਕਰਨ ਤੇ ਪੈ ਜਾਂਦੀਆਂ। ਸੋ ਇਸ ਕਰਕੇ ਫਿਰ ਅਲਟੀਮੇਟਲੀ ਪੰਜਾਬ ਦੇ ਵਿੱਚ ਜੋ ਇਹ ਸਥਿਤੀ ਬਣੀ, ਇਹ ਪੰਜਾਬ ਦੇ ਲੋਕਾਂ ਲਈ ਬੜੀ ਹੀ ਵਿਨਾਸ਼ਕਾਰੀ, ਨੁਕਸਾਨਦੇਹ। ਔਰ ਦੂਜੇ ਦੇਸ਼ਾਂ ਵੱਲ ਵੀ, ਜੇ ਗੁਆਂਢੀ ਦੇਸ਼ ਵੱਲ ਵੀ ਗੱਲ ਕਰੀਏ, ਉੱਥੇ ਵੀ ਏਦਾਂ ਦੇ ਹਾਲਾਤ ਪੈਦਾ ਹੋ ਗਏ। ਇਹ ਬੜੀ ਮੰਦਭਾਗੀ ਘਟਨਾ ਹੈ, ਜਿਹਦੇ ਵਿੱਚ ਸੰਜੀਵ ਜੀ, ਇਹ ਸਾਨੂੰ ਸਿੱਧਾ ਸੰਦੇਸ਼ ਕੁਦਰਤ ਵੱਲੋਂ ਵੀ ਆਉਂਦਾ ਹੈ ਕਿ ਜੇ ਅਸੀਂ ਕੁਦਰਤੀ ਸੋਮਿਆਂ ਦੇ ਨਾਲ ਛੇੜਛਾੜ ਕਰਦੇ ਹਾਂ, ਜੇ ਅਸੀਂ ਕੁਦਰਤ ਦਾ ਨੁਕਸਾਨ ਕਰਦੇ ਹਾਂ, ਜੇ ਇਨਸਾਨ ਨੂੰ ਧਰਤੀ ਦੇ ਉੱਤੇ ਜੀਣਾ ਨਹੀਂ ਆਇਆ, ਰਹਿਣਾ ਸਲੀਕਾ ਨਹੀਂ ਆਇਆ, ਤੇ ਫਿਰ ਕੁਦਰਤ ਆਪਣੀ ਕਰੋਪੀ ਫਿਰ ਇਸ ਤਰ੍ਹਾਂ ਹੀ ਦਿਖਾਉਂਦੀ ਆ। ਕੌਣ ਕਹਿੰਦਾ ਕਿ ਨਹਿਰਾਂ ਦੇ ਕਿਨਾਰਿਆਂ ਦੇ ਉੱਤੇ ਵੱਡੇ-ਵੱਡੇ ਹੋਟਲ ਬਣਾ ਲਏ ਜਾਣ, ਫਿਰ ਜਦੋਂ ਤੂਫਾਨ ਆਉਂਦੇ ਆ, ਉਹਨਾਂ ਦੇ ਵਿੱਚ ਪਾਣੀ ਜ਼ਿਆਦਾ ਆਉਂਦਾ ਵਾ, ਫਲੱਡਸ ਆਉਂਦੇ ਆ, ਤੇ ਫਿਰ ਉਹ ਬਹਿ ਕੇ 1 ਸੈਕਿੰਡ ਤਾਸ਼ ਦੇ ਪੱਤਿਆਂ ਵਾਂਗੂ ਡਿੱਗਦੇ ਢਹਿੰਦੇ ਆ। ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਉਹੀ ਆ, ਜੇ ਇਨਸਾਨ ਨੇ ਕੁਦਰਤ ਦੇ ਨਾਲ ਖੇਡਣਾ ਸ਼ੁਰੂ ਕਰ ਦਿੱਤਾ, ਤੇ ਕੁਦਰਤ ਨੇ ਵੀ ਆਪਣੀ ਅਸਲੀ ਤਾਕਤ ਜਿਹੜੀ ਆ ਕੁਝ ਸਕਿੰਟਾਂ ਵਿੱਚ ਸਾਰੀ ਇਨਸਾਨ ਦੀ ਆਕੜ, ਇਨਸਾਨ ਦੇ ਮਾੜੇ ਕੰਮ, ਕੁਦਰਤ ਨਾਲ ਛੇੜਛਾੜ ਜਿਹੜੀ ਆ, ਉਹ ਆਪਣੀ ਕੁਝ ਸਕਿੰਟਾਂ ਦੀ ਤਾਕਤ ਦੇ ਨਾਲ ਹੀ ਡਿਮੋਲਿਸ਼ ਕਰਕੇ, ਡਿਸਟਰੋਏ ਕਰਕੇ ਕੁਦਰਤ ਇਹ ਦਿਖਾ ਦਿੰਦੀ ਆ ਕਿ ਕੁਦਰਤ ਸਭ ਤੋਂ ਬਲਵਾਨ ਹੈ, ਕੁਦਰਤ ਸਭ ਤੋਂ ਤਾਕਤਵਰ ਆ। ਸੋ ਇਸ ਕਰਕੇ ਆਲ ਇਨ ਆਲ ਪੰਜਾਬ ਦੇ ਵਿੱਚ ਬੜੀ ਦੁਖਦਾਈ ਸਥਿਤੀ ਇਸ ਵੇਲੇ ਬਣੀ ਆ। ਲੋਕਾਂ ਦੇ ਕੀਮਤੀ ਅਪਲਾਇੰਸਿਸ ਸੜ ਗਏ, ਕਈ ਇਲਾਕਿਆਂ ਦੇ ਵਿੱਚ ਬਿਜਲੀ ਬਿਲਕੁਲ ਬੰਦ ਆ, ਕਈ ਇਲਾਕੇ ਬਿਲਕੁਲ ਕੱਟ ਆਫ ਹੋ ਗਏ, ਕਈ ਇਲਾਕਿਆਂ ਦੇ ਵਿੱਚ ਜਿੱਥੇ ਚੰਗੇ ਇਲਾਕੇ ਵੀ ਸੀ, ਉੱਥੇ ਸੀਵੇਜ ਦੀ ਪ੍ਰਣਾਲੀ ਉਨੀ ਮਜ਼ਬੂਤ ਨਹੀਂ ਸੀ, ਸਟਰੋਂਗ ਸੀਵੇਜ ਨਹੀਂ ਸੀਗਾ। ਜਿਹੜੇ ਸਟਰੋਂਗ ਸੀਵੇਜ ਵੀ ਪਾਉਣੇ ਹੁੰਦੇ ਆ, ਉਹ ਸਰਕਾਰਾਂ ਨੇ ਇੰਨੇ ਪੈਸੇ ਖਰਚੇ, ਇੰਨਾ ਰੈਵਨਿਊ ਉਹਨਾਂ ਉੱਤੇ ਸਪੈਂਡ ਕੀਤਾ, ਤੇ ਉਹਨਾਂ ਦੇ ਵਿੱਚ ਫਿਰ ਉਹ ਚੀਜ਼ਾਂ ਨਹੀਂ ਆਈਆਂ। ਲੋਕਾਂ ਨੂੰ ਫਿਰ ਤੰਗੀਆਂ ਪੇਸ਼ੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ। ਇਹਦੇ ਵਿੱਚ ਵੀ ਕਿਤੇ ਨਾ ਕਿਤੇ ਕਾਰਪੋਰੇਸ਼ਨ, ਮਿਊਨਿਸਪਲ ਜਿਹੜੀਆਂ ਅਥਾਰਟੀਜ਼ ਹੁੰਦੀਆਂ, ਉਹਨਾਂ ਦੀ ਕਰਪਸ਼ਨ ਸਾਹਮਣੇ ਆਉਂਦੀ ਆ। ਉਹ ਲੰਮੇ ਦਾਅਵੇ ਤਾਂ ਕਰਦੇ ਆ ਕਿ ਅਸੀਂ ਇੰਨੇ ਕਰੋੜਾਂ ਅਰਬਾਂ ਖਰਚ ਕੇ ਸੀਵਰੇਜ ਪਾ ਦਿੱਤਾ, ਸਟਰੋਂਗ ਸੀਵਰੇਜ ਪਾ ਦਿੱਤਾ, ਹੁਣ ਪਾਣੀ ਸੜਕਾਂ ਤੇ ਖੜਾ ਨਹੀਂ ਹੋਊਗਾ। ਪਰ ਉਹਦੇ ਬਰਾਏ ਉਲਟ ਤੁਸੀਂ ਦੇਖ ਲਓ, ਹਰ ਸੜਕ ਦੇ ਉੱਤੇ ਪਾਣੀ, ਆਵਾਜਾਈ ਕਿੱਦਾਂ ਪ੍ਰਭਾਵਿਤ ਹੋ ਗਈ, ਕੱਟ ਆਫ ਹੋ ਗਏ ਲੋਕ। ਇਹ ਵੀ ਸਾਨੂੰ ਦੱਸਦਾ ਆ ਕਿ ਸਾਡੇ ਦੇਸ਼ ਦੇ ਵਿੱਚ ਇਹ ਪਾਣੀ ਦੀ ਜਿਹੜੀ ਮਿਊਨਿਸਪੈਲਿਟੀ ਜਾਂ ਕਾਰਪੋਰੇਸ਼ਨ ਦੀ ਡਿਊਟੀ ਹੁੰਦੀ ਆ ਕਿ ਸੜਕਾਂ ਤੇ ਪਾਣੀ ਖੜਾ ਨਾ ਹੋਵੇ, ਡਰੇਨੇਜ ਸਿਸਟਮ ਸਾਡਾ ਚੰਗਾ ਹੋਵੇ, ਉਹਨਾਂ ਦੇ ਉੱਤੇ ਜੇ ਇਲੀਗਲ ਇਨਕਰੋਚਮੈਂਟਸ ਹੋ ਗਈਆਂ, ਜੇ ਇਲੀਗਲ ਮਾਈਨਿੰਗਸ ਹੋ ਗਈਆਂ, ਹੋਰ ਗਲਤ ਤਰੀਕੇ ਅਪਣਾਏ, ਤੇ ਉਹਨਾਂ ਦਾ ਰਿਜ਼ਲਟ ਫਿਰ ਅਲਟੀਮੇਟਲੀ ਕੀ ਨਿਕਲਦਾ। ਤੁਸੀਂ ਇਹ ਦੇਖੋ, ਜੇ ਇਸ ਸਾਲ ਇੰਨੀ ਤਬਾਹੀ ਦਾ ਮੰਜ਼ਰ ਬਣਿਆ, ਤੇ ਜਿਉਂ-ਜਿਉਂ ਸਮਾਂ ਵੱਧਦਾ ਜਾਣਾ, ਹਾਲਾਤ ਇਦਾਂ ਦੇ ਹੋਰ ਵਿਕਰਾਲ ਰੂਪ ਧਾਰਨ ਕਰਨਗੇ। ਔਰ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ, ਔਰ ਬਾਕੀ ਦੇਸ਼ ਦੇ ਲੋਕਾਂ ਨੂੰ ਵੀ, ਜਿੱਥੇ ਇਹਨਾਂ ਗੱਲਾਂ ਤੋਂ ਸੂਝ ਸਮਝ ਲੈਣੀ ਚਾਹੀਦੀ ਆ। ਕੁਦਰਤ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਆਪਣਾ ਬਚਾਅ ਕਰਨਾ ਚਾਹੀਦਾ, ਡਿਸਪਲਿਨ ਦੇ ਵਿੱਚ ਰਹਿਣਾ ਚਾਹੀਦਾ। ਤਾਂ ਜੋ ਖਾਸ ਕਰ ਜੇ ਮੈਂ ਇਸ ਵੇਲੇ ਪੰਜਾਬ ਖਿੱਤੇ ਦੀ ਗੱਲ ਕਰਾਂ, ਤੇ ਪੰਜਾਬ ਦੇ ਵਿੱਚ ਕਿਸਾਨੀ ਦਾ ਬੜਾ ਵੱਡਾ ਨੁਕਸਾਨ ਹੋ ਗਿਆ। ਪੰਜਾਬ ਦੇ ਵਿੱਚ ਡੀਫੋਰੈਸਟੇਸ਼ਨ, ਰੁੱਖਾਂ ਦੀ ਗਿਣਤੀ ਘਟ ਗਈ, ਇਲੀਗਲ ਮਾਈਨਿੰਗ ਜਿਹੜੀ ਆ ਉਹ ਵੱਡੇ ਲੈਵਲ ਤੇ ਅਜੇ ਵੀ ਚੱਲ ਰਹੀ ਸੀ। ਸਰਕਾਰਾਂ ਦਾਅਵੇ ਤਾਂ ਕਰ ਰਹੀਆਂ ਸੀ, ਇਹਨੂੰ ਰੋਕ ਨਹੀਂ ਪਾਈ। ਉਹ ਵੀ ਕਾਰਨ ਬਣਦਾ ਆ ਕਿ ਜਿਹੜੇ ਸਰਹੱਦੀ ਖੇਤਰ ਆ, ਉਹਨਾਂ ਦੇ ਵਿੱਚ ਫਲੱਡਸ ਦੀ ਮਾਤਰਾ ਜਿਹੜੀ ਵੱਧ ਗਈ ਆ, ਕਿਉਂਕਿ ਕੁਦਰਤ ਦੇ ਨਾਲ ਛੇੜਛਾੜ ਹੋਈ ਆ। ਸੋ ਇਹਦਾ ਰਿਜ਼ਲਟ ਪੂਰੇ ਪੰਜਾਬ ਦੇ ਲੋਕਾਂ ਨੂੰ ਭੋਗਣਾ ਪਿਆ। ਅੱਗੇ ਵੀ ਜਿਹੜਾ ਮੌਨਸੂਨ ਜਿਹੜਾ ਹੋਰ ਵਧਣਾ ਹੈਗਾ, ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਿ ਇਹ ਕਿੱਧਰ ਕੀ ਰੂਪ, ਕੁਦਰਤ ਦੀ ਤਾਕਤ ਜਿਹੜੀ ਹੈ ਕੀ ਰੂਪ ਅਖਤਿਆਰ ਕਰਦੀ ਆ। ਅਸੀਂ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਔਰ ਅਰਦਾਸ ਕਰਦੇ ਹਾਂ ਕਿ ਲੋਕਾਂ ਦਾ ਜੀਵਨ ਸੁਖਾਲਾ ਰਵੇ, ਲੋਕ ਅੱਛੇ ਤਰੀਕੇ ਦੇ ਨਾਲ, ਇਹ ਸਾਉਣ ਦਾ ਮਹੀਨਾ, ਇਹ ਬਰਸਾਤ ਦਾ ਮਹੀਨਾ, ਪਰਮਾਤਮਾ ਮਿਹਰ ਕਰੇ, ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ, ਲੋਕੀ ਆਪਣੇ ਰੂਟੀਨ ਨਾਰਮਲ ਜੀਵਨ ਜਿਹੜਾ ਉਹ ਬਤੀਤ ਕਰਨ। ਬਿਲਕੁਲ ਪਵਨ ਜੀ, ਕਰੋੜਾਂ ਰੁਪਏ ਖਰਚ ਹੁੰਦੇ ਨੇ ਇਲੈਕਸ਼ਨਸ ਦੇ ਉੱਤੇ, ਇਲੈਕਸ਼ਨ ਕੈਂਪੇਨਸ ਦੇ ਉੱਤੇ। ਕਰੋੜਾਂ ਰੁਪਏ ਖਰਚ ਕਰਕੇ ਪੋਲੀਟੀਕਲ ਪਾਰਟੀਆਂ ਆਪਣੇ ਆਫਿਸਿਸ ਬਣਾਉਂਦੀਆਂ ਨੇ ਪੂਰੇ ਭਾਰਤ ਦੇ ਵਿੱਚ।
ਸੋ ਅਰਬਾਂ ਡਾਲਰ ਦਾ ਡੀਲ ਹੁੰਦਾ ਹੈ ਜਦੋਂ ਹਥਿਆਰ ਖਰੀਦਦੇ ਆ ਦੂਸਰੇ ਦੇਸ਼ਾਂ ਤੋਂ। ਹੁਣ ਅਮਰੀਕਾ ਤੋਂ ਖਰੀਦ ਰਹੇ ਆ ਪ੍ਰੀਡੇਟਰ ਡਰੋਨਸ, ਕਿਉਂਕਿ ਜਿਹੜੀ ਸਾਡੀ ਸਰਹੱਦ ਹੈ ਚੀਨ ਨਾਲ ਲੱਗਦੀ ਹੈ, ਪਹਾੜੀ ਇਲਾਕੇ ਨੇ, ਬਰਫ਼ ਜੰਮੀ ਹੋਈ ਹੈ, ਉੱਥੇ ਕਈ ਵਾਰ ਮਨੁੱਖ ਦਾ ਪਹੁੰਚਣਾ, ਫੌਜੀਆਂ ਦਾ ਪਹੁੰਚਣਾ ਮੁਸ਼ਕਿਲ ਹੁੰਦਾ, ਤਾਂ ਫਿਰ ਡਰੋਨਸ ਦੇ ਰਾਹੀਂ ਸਾਰੀ ਨਿਗਰਾਨੀ ਕੀਤੀ ਜਾਵੇ। ਅਰਬਾਂ ਡਾਲਰ ਦਾ ਖਰਚਾ, ਕਰੋੜਾਂ ਰੁਪਏ ਇਲੈਕਸ਼ਨਸ ਦੇ ਉੱਤੇ ਖਰਚੇ ਜਾਂਦੇ ਨੇ। ਇਹ ਤਮਾਮ ਖਰਚੇ ਕਿੱਥੋਂ ਆਉਂਦੇ ਨੇ, ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ। ਕਰੋੜਾਂ ਲੱਖਾਂ ਜੋ ਰੁਪਈਏ ਨੇ ਉਹ ਕਾਰਪੋਰੇਟਸ ਦੇ ਮਾਫ ਕਰ ਦਿੱਤੇ ਜਾਂਦੇ ਨੇ ਜਦੋਂ ਉਹ ਲੋਨਸ ਲੈਂਦੇ ਨੇ, ਤਾਂ ਉਹ ਕਿਸ ਖਾਤੇ ਪੈਂਦੇ ਨੇ, ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ। ਫਿਰ ਜਦੋਂ ਇੱਦਾਂ ਦੀਆਂ ਕੁਦਰਤੀ ਆਫਤਾਂ ਆਉਂਦੀਆਂ ਨੇ ਉਦੋਂ ਕਈ ਵਾਰ ਫੰਡਸ ਦੇ ਵਿੱਚ ਕਮੀ ਹੁੰਦੀ ਹੈ, ਕਈ ਵਾਰ ਉਹ ਸਹਾਇਤਾ ਨਹੀਂ ਪਹੁੰਚ ਪਾਉਂਦੀ ਜੋ ਲੋਕਾਂ ਨੂੰ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ। ਇਹ ਇੱਕ ਸੰਤੁਲਨ ਕਿੱਦਾਂ ਕਾਇਮ ਕੀਤਾ ਜਾਵੇ ਪਵਨ, ਜੋ ਮਤਲਬ ਇਸ ਤਰ੍ਹਾਂ ਔਖੀ ਘੜੀ ਦੇ ਵਿੱਚ ਸਾਥ ਦੇਵੇ? ਇਹ ਪੈਸੇ ਦੀ ਵਰਤੋਂ ਤੇ ਦੁਰਵਰਤੋਂ ਦਾ ਸਵਾਲ ਹੈ ਪਵਨ। ਦੇਖੋ, ਤੁਸੀਂ ਬੜੀ ਹੀ ਇੰਪੋਰਟੈਂਟ ਗੱਲ ਕੀਤੀ ਹੈ ਕਿ ਕਿੱਥੇ ਅਮੀਰ ਲੋਕਾਂ ਨੂੰ ਸਰਕਾਰਾਂ ਹੋਰ ਰੁਝਾ ਦਿੰਦੀਆਂ, ਜੋ ਕਰਜ਼ੇ ਲੈਂਦੀਆਂ ਪੰਜਾਬ ਦੇ ਜਾਂ ਪੂਰੇ ਨੇਸ਼ਨ ਦੇ ਟੈਕਸ ਪੇਇੰਗ ਮਨੀ ਲੋਕਾਂ ਕੋਲੋਂ, ਜਿਹੜੇ ਲੋਕ ਟੈਕਸ ਪੇ ਕਰਦੇ ਆ ਉਹਨਾਂ ਤੋਂ ਜੋ ਰੈਵਨਿਊ ਜਨਰੇਟ ਹੁੰਦਾ ਵਾ ਬੈਂਕਸ ਦੇ ਥਰੂ, ਫਿਰ ਉਹ ਕਰਜ਼ੇ ਲੈਂਦੇ ਆ ਤੇ ਸਰਕਾਰਾਂ ਉਹਨਾਂ ਦੇ ਧਨਾੜ ਲੋਕਾਂ ਦੇ ਕਰਜ਼ੇ ਮਾਫ ਕਰ ਦਿੰਦੀਆਂ। ਪਰ ਅਦਰਵਾਈਜ਼ ਔਨ ਦਾ ਅਦਰ ਹੈਂਡ ਤੁਸੀਂ ਦੇਖੋ ਕਿ ਜਿਹੜੇ ਗਰੀਬ ਤਬਕੇ ਦੇ ਲੋਕ ਆ, ਜਿਹੜੇ ਕਿਸਾਨ ਆ, ਮਿਹਨਤਕਸ਼ ਲੋਕ ਆ, ਕਿਰਤੀ ਲੋਕ ਨੇ, ਜੇ ਉਹਨਾਂ ਦੇ ਉੱਤੇ ਕੋਈ ਭੀੜ ਪੈ ਜਾਂਦੀ ਹੈ, ਕੋਈ ਫਲੱਡਸ ਆ ਜਾਂਦੇ ਆ, ਕੋਈ ਕਿਸੇ ਤਰ੍ਹਾਂ ਦਾ ਡਿਜ਼ਾਸਟਰ ਜਿਹੜਾ ਮੁਸੱਲਤ ਹੋ ਜਾਂਦਾ, ਤੇ ਫਿਰ ਉਹਨਾਂ ਦੇ ਉੱਤੇ ਮੁਆਵਜ਼ੇ ਦੇਣ ਉੱਤੇ ਬੜੀਆਂ ਦੇਰੀਆਂ, ਕਿਤੇ ਵੀ ਬਰਾਬਰਤਾ ਨਹੀਂ, ਕਿਤੇ ਵੀ ਉਹਨਾਂ ਨੂੰ ਕਦੀ ਪੂਰਾ ਮੁਆਵਜ਼ਾ ਨਹੀਂ ਮਿਲਦਾ, ਕਦੀ ਜੋ ਉਹਨਾਂ ਨੇ ਈਵਨ ਲਾਗਤ ਹੁੰਦੀ ਉਹ ਵੀ ਕਦੀ ਭਰਪੂਰ ਉਹਨੂੰ ਦੁਬਾਰਾ ਆਪਣਾ ਲੈ ਨਹੀਂ ਪਾਉਂਦੇ ਸਰਕਾਰਾਂ ਦੇ ਕੋਲੋਂ। ਫਿਰ ਇਹ ਕਿੱਡਾ ਵੱਡਾ ਇਖਤਲਾਫ, ਕਿੱਡਾ ਵੱਡਾ ਖੁੱਲਾ ਤਜ਼ਾਦ, ਮੈਂ ਇਸ ਗੱਲ ਨੂੰ ਕਹੂੰਗਾ ਕੰਟਰਾਡਿਕਸ਼ਨ ਹੈ ਇਸ ਗੱਲ ਦੇ ਵਿੱਚ। ਇਹਦੇ ਵਿੱਚ ਫਿਰ ਸੰਜੀਵ ਜੀ ਗੱਲ ਆ ਜਾਂਦੀ ਹੈ ਸਰਕਾਰਾਂ ਦੀ ਵਿਲ ਪਾਵਰ ਦੀ, ਕਿ ਕੈਪੀਟਲਿਜ਼ਮ ਨੂੰ ਸਿਰਫ ਧਨਾੜ ਲੋਕਾਂ ਨੂੰ, ਪੈਸੇ ਵਾਲੇ ਲੋਕਾਂ ਨੂੰ, ਗਰੀਬ ਨੂੰ ਪੁੱਛਣਾ ਨਹੀਂ ਤੇ ਰੱਜੇ ਨੂੰ ਰਜਾਈ ਜਾਣਾ। ਇਹ ਗੱਲਾਂ ਜਿਹੜੀਆਂ ਇਹਦੇ ਵਾਸਤੇ ਸਰਕਾਰਾਂ ਨੂੰ ਨੀਤੀਆਂ ਬਣਾਉਣੀਆਂ ਪੈਣਗੀਆਂ। ਹੁਣ ਤਾਂ ਬਹੁਤ ਸਾਰੀ ਮੋਨੀਟਰਿੰਗ ਮਸ਼ੀਨਰੀ ਆ ਗਈ ਆ, ਬਹੁਤ ਸਾਰੀ ਬੜੀਆਂ ਟੈਕਨੀਕਸ ਆ ਗਈਆਂ ਨੇ ਮਾਡਰਨ, ਜਿਹਦੇ ਤਹਿਤ ਸਾਨੂੰ ਡਿਜ਼ਾਸਟਰ ਮੈਨੇਜਮੈਂਟ ਕਰਨੀ ਜਿਹੜੀ ਥੋੜੀ ਆਸਾਨ ਹੋ ਗਈ। ਸਾਨੂੰ ਸਮਝ ਆ ਜਾਂਦੀ ਆ ਫਲੱਡਸ ਆਉਣੇ ਤੇ ਕੀ ਹਾਲਾਤ ਹੋਣੇ ਆ। ਇੱਥੇ ਸਰਕਾਰਾਂ ਦੀ ਨਲਾਇਕੀ ਸਾਨੂੰ ਦੇਖਣ ਨੂੰ ਮਿਲਦੀ ਆ ਕਿ ਜੇ ਸਰਕਾਰਾਂ ਇਹ ਗੱਲਾਂ ਨੂੰ ਐਂਟੀਸਿਪੇਟ ਨਹੀਂ ਕਰਦੀਆਂ, ਸਰਕਾਰਾਂ ਜਿਹੜੇ ਇਸ ਤਰ੍ਹਾਂ ਦੇ ਬਜਟਸ ਹੁੰਦੇ ਆ ਉਹਨਾਂ ਨੂੰ ਵਧਾਉਂਦੀਆਂ ਨਹੀਂ, ਸਰਕਾਰਾਂ ਫਿਰ ਜਿਹੜੀਆਂ ਆਪਣੇ ਖਰਚੇ ਤੇ ਉਨੇ ਰੱਖਦੀਆਂ ਹੀ ਆ, ਜਾਂ ਧਨਾੜ ਲੋਕਾਂ ਲਈ ਜੋ ਖਰਚੇ ਉਹ ਤੇ ਰੱਖਦੀਆਂ ਹੀ ਆ, ਪਰ ਗਰੀਬਾਂ ਲਈ ਕੋਈ ਕੰਟੀਜੈਂਸੀ ਫੰਡ ਜੇ ਹੁੰਦਾ ਤੇ ਉਸ ਵੱਡੇ ਲੈਵਲ ਤੇ, ਵੱਡੇ ਆਧਾਰ ਦੇ ਉੱਤੇ ਨਹੀਂ ਹੁੰਦਾ। ਜੇ ਫਿਰ ਤੁਸੀਂ ਦੇਖੋ ਹੁਣ ਮੁਆਵਜ਼ਿਆਂ ਦੀ ਕੱਲ ਨੂੰ ਗੱਲਾਂ ਆਉਣਗੀਆਂ ਤੇ ਦੇਖਣਾ ਸਰਕਾਰ ਕੋਲ ਉਸ ਆਧਾਰ ਦੇ ਉੱਤੇ ਫੰਡ ਵੀ ਹੁੰਦੇ ਆ ਕਿ ਨਹੀਂ ਹੁੰਦੇ। ਤੇ ਕਈ ਕਿਸਾਨ ਜਿਹੜੇ ਆ ਕਈ ਸਾਲਾਂ ਤੱਕ ਧਰਨੇ ਲਾਉਣ ਲਈ ਵੀ ਮਜਬੂਰ ਹੋ ਜਾਂਦੇ ਆ ਕਿ ਸਾਨੂੰ ਤਾਂ ਪਿਛਲਾ ਮੁਆਵਜ਼ਾ ਵੀ ਅਜੇ ਤੱਕ ਨਹੀਂ ਮਿਲਿਆ, ਸਾਡੀ ਤਾਂ ਲਾਗਤ ਸਾਨੂੰ ਨਹੀਂ ਮਿਲੀ, ਮੂਲ ਨਹੀਂ ਮਿਲਿਆ, ਅਸੀਂ ਸਰਕਾਰਾਂ ਕੀ ਹੋਰ ਆਸ ਕੀ ਕਰਦੇ ਹਾਂ। ਇੱਥੇ ਸਮਝ ਆਉਂਦਾ ਕਿ ਕਰਪਸ਼ਨ ਬੜੇ ਵੱਡੇ ਲੈਵਲ ਤੇ ਸਾਡੇ ਦੇਸ਼ ਤੇ ਅਜੇ ਵੀ ਪ੍ਰਵੇਲ ਕਰ ਰਹੀ ਆ। ਗਰੀਬ ਮਜ਼ਲੂਮ ਸ਼ਰੀਫ ਦੇ ਇੱਥੇ ਕੋਈ ਸੁਣਵਾਈ ਨਹੀਂ ਹੈਗੀ, ਗਰੀਬ ਵਾਸਤੇ ਕੋਈ ਨੀਤੀਆਂ ਨਹੀਂ ਹੈਗੀਆਂ। ਸਾਰੀਆਂ ਨੀਤੀਆਂ, ਰੂਲਸ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਅਮੀਰਾਂ ਲਈ ਹੈਗੇ ਆ, ਗਰੀਬ ਲਈ ਤੇ ਕਾਨੂੰਨ ਦਾ ਡੰਡਾ ਚੱਲਦਾ ਆ। ਅਮੀਰ ਉਸ ਕਾਨੂੰਨ ਦੇ ਜਾਲੇ ਨੂੰ ਤੋੜ ਕੇ ਅੱਗੇ ਨਿਕਲ ਜਾਂਦਾ। ਸੋ ਇਸ ਕਰਕੇ ਜਿੰਨੀ ਦੇਰ ਤੱਕ ਪਾਲਿਸੀਜ਼ 5 ਈਅਰ ਪਾਲਿਸੀਜ਼, ਕੰਟੀਜੈਂਸੀ ਫੰਡ ਆਫ ਕੰਟਰੀ ਇਹ ਬਰਾਬਰ ਨਹੀਂ ਹੋਣਗੇ, ਇਹਨਾਂ ਨੂੰ ਪਹਿਲਾਂ ਨਿਰਧਾਰਿਤ ਨਹੀਂ ਕੀਤਾ ਜਾਊਗਾ, ਇਹਨਾਂ ਦੇ ਵਿੱਚ ਫੰਡਸ ਜ਼ਿਆਦਾ ਨਹੀਂ ਪਾਏ ਜਾਣਗੇ, ਤੇ ਜਿਹੜੀਆਂ ਇਦਾਂ ਦੀਆਂ ਸਥਿਤੀਆਂ ਅਚਨਚੇਤ ਪੈਦਾ ਹੁੰਦੀਆਂ ਉਹਨਾਂ ਲਈ ਜ਼ਿਆਦਾ ਆਪਣੀਆਂ ਤਿਆਰੀਆਂ ਸਰਕਾਰਾਂ ਨਹੀਂ ਕਰਨਗੀਆਂ। ਤੁਸੀਂ ਪੰਜਾਬ ਦੇ ਮਾਮਲੇ ਦੇਖ ਲਓ, ਸਰਕਾਰਾਂ ਦਾ ਧਿਆਨ ਸਿਰਫ ਇਲੈਕਸ਼ਨਸ ਵੱਲ, ਸਰਕਾਰਾਂ ਦਾ ਧਿਆਨ ਪਬਲਿਸਿਟੀ ਵੱਲ, ਸਰਕਾਰਾਂ ਦਾ ਧਿਆਨ ਬੋਰਡਸ ਐਂਡ ਬੈਨਰਸ ਵੱਲ, ਸਰਕਾਰਾਂ ਦਾ ਧਿਆਨ ਸਿਰਫ ਅਖਬਾਰੀ ਇਸ਼ਤਿਹਾਰਾਂ ਵੱਲ। ਇੰਨਾ ਜ਼ਿਆਦਾ ਰੈਵਨਿਊ ਪੰਜਾਬ ਦੇ ਵਿੱਚ ਇਹਨਾਂ ਇਸ਼ਤਿਹਾਰਾਂ ਦੇ ਵਿੱਚ ਗਿਆ। ਜੇ ਉਹੀ ਰੈਵਨਿਊ ਦਾ ਰੂਪ ਇਸ ਵੇਲੇ ਲੋਕਾਂ ਦੀ ਭਲਾਈ ਲਈ ਵਰਤਿਆ ਜਾਂਦਾ ਤੇ ਸਰਕਾਰਾਂ ਕੀ, ਲੋਕ ਸਰਕਾਰਾਂ ਨੂੰ, ਲੀਡਰਾਂ ਨੂੰ ਰੱਬ ਦਾ ਰੂਪ ਨਾ ਮੰਨਦੇ? ਪਰ ਨਹੀਂ, ਲੋਕਾਂ ਦੇ ਲਈ ਕਹਿਣਗੇ ਅਸੀਂ ਫਲਾਣੇ ਅਫਸਰ ਦੀ ਡਿਊਟੀ ਲਾਵਾਂਗੇ, ਫਲਾਣੇ ਨੂੰ ਉੱਥੇ ਭੇਜਾਂਗੇ, ਉਹ ਜਾਂਚ ਕਰੇਗਾ, ਦੇਖੇਗਾ ਮੁਆਵਜ਼ਾ ਕਿੰਨਾ ਬਣਦਾ ਕਿ ਨਹੀਂ ਬਣਦਾ। ਪਰ ਆਪਣੇ ਲਈ ਇੱਕ ਇੱਕ ਸੈਕਿੰਡ ਦੇ ਵਿੱਚ, ਮਿੰਟਾਂ 'ਚ ਸਾਈਨ ਹੁੰਦੇ ਆ, ਜਿਹਦੇ ਲਈ ਉਹ ਵੱਡੇ ਵੱਡੇ ਕਰੋੜਾਂ ਅਰਬਾਂ ਰੁਪਏ ਦੇ ਇਸ਼ਤਿਹਾਰ ਦਿੰਦੇ। ਕੱਲ ਵੀ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਹੋਰਨਾਂ ਸੂਬਿਆਂ ਦੇ ਵਿੱਚੋਂ ਚੋਣਾਂ ਪ੍ਰਚਾਰਾਂ ਦੇ ਵਿੱਚੋਂ ਫ੍ਰੀ ਹੋ ਕੇ ਜਾਂ ਹੋਰ ਜਿਹੜੀਆਂ ਗਤੀਵਿਧੀਆਂ ਇਹ ਸਿਆਸੀ ਤੌਰ ਤੇ ਕਰ ਰਿਹਾ, ਇੱਕ ਜਗ੍ਹਾ ਦੇ ਉੱਤੇ ਗਏ ਸੀ, ਉੱਥੇ ਲੋਕਾਂ ਨੇ ਪ੍ਰਦਰਸ਼ਨ ਕੀਤਾ, ਆਵਾਜ਼ਾਂ ਆਈਆਂ ਕਿ ਭਗਵੰਤ ਸਿੰਘ ਮਾਨ ਮੁਰਦਾਬਾਦ। ਇੱਥੋਂ ਸਮਝ ਲਓ ਕਿ ਸਾਡੇ ਪੰਜਾਬ ਦੇ ਲੋਕ ਇਹਨਾਂ ਸਿਆਸੀ ਪਾਰਟੀਆਂ ਤੋਂ, ਸਿਆਸੀ ਲੀਡਰਾਂ ਤੋਂ ਕਿੰਨੇ ਅੰਦਰਲੇ ਤੌਰ ਦੇ ਉੱਤੇ ਕਿੰਨੇ ਦੁਖੀ ਨੇ। ਪਰ ਇਹ ਸਿਆਸੀ ਲੀਡਰ ਸਿਰਫ ਤੇ ਸਿਰਫ ਲੋਕਾਂ, ਗਰੀਬ ਲੋਕਾਂ ਲਈ, ਮਿਹਨਤਕਸ਼ ਲੋਕਾਂ ਲਈ, ਕਿਰਤੀ ਲੋਕਾਂ ਲਈ, ਕਿਸਾਨਾਂ ਲਈ, ਹੱਥ ਨਾਲ ਕੰਮ ਕਰਨ ਵਾਲੇ ਲੋਕਾਂ ਲਈ ਕੋਈ ਵੱਡੀਆਂ ਪਾਲਿਸੀਆਂ ਲਿਆਉਣ ਦੀ ਬਜਾਏ
ਸਿਰਫ ਤੇ ਸਿਰਫ ਇਸ਼ਤਿਹਾਰਾਂ ਦੇ ਵਿੱਚ ਪੈਸਾ ਵਹਾ ਰਹੀਆਂ ਨੇ, ਰਿਸ਼ਤੇਦਾਰਾਂ ਪਰਿਵਾਰਾਂ ਨੂੰ ਸੁਰੱਖਿਆ ਦੇ ਮਾਮਲਿਆਂ ਦੇ ਵਿੱਚ ਪੈਸਾ ਵਹਾ ਰਹੀਆਂ ਨੇ, ਪਬਲਿਕ ਟੈਕਸ ਜਿਹੜਾ ਐਕਸਚੇਕਰ ਹੈਗਾ ਉਹਨੂੰ ਖਾਲੀ ਕਰ ਰਹੀਆਂ ਨੇ। ਪਰ ਨੀਤੀ ਏਦਾਂ ਦੀ ਕੋਈ ਨਹੀਂ ਬਣਾ ਰਹੇ। ਕਿਤੇ ਕਿਸੇ ਸਰਕਾਰ ਨੇ ਗੱਲ ਕਹੀ ਕਿ ਜੇ ਇਹ ਕਿਸਾਨੀ ਨੂੰ ਮਾਰ ਪੈਂਦੀ ਆ, ਆਮ ਲੋਕਾਂ ਨੂੰ ਮਾਰ ਪੈਂਦੀ ਹੈ, ਜਿਨ੍ਹਾਂ ਦੇ ਘਰ ਇਹਦੇ ਵਿੱਚ ਰੁੜ ਗਏ, ਉਹਨਾਂ ਨੂੰ ਮੂਲ ਨਾਲੋਂ ਲਾਗਤ ਨਾਲੋਂ ਵੱਧ ਪੈਸੇ ਦੇ ਦਾਂਗੇ ਤਾਂ ਕਿ ਉਹ ਆਪਣੇ ਅਗਲੇ ਜੀਵਨ ਲਈ ਵੀ ਕੋਈ ਤਿਆਰੀ ਕਰ ਸਕਣ। ਨਾ, ਸਰਕਾਰ ਕਦੀ ਨਹੀਂ ਕਹੂਗੀ। ਪਰ ਤੁਸੀਂ ਨੋਟਿਸ ਕਰੋ, ਆਪਣੇ ਖਰਚੇ ਪਿਛਲੀ ਸਰਕਾਰਾਂ ਨਾਲੋਂ ਹੁਣ ਵੱਧਦੇ ਜਾਣਗੇ, ਲਗਾਤਾਰ ਉਹਦੇ ਵਿੱਚ ਵਾਧੇ ਹੋਣਗੇ। ਜੇ ਕਿਸੇ ਸਮੇਂ ਤੇ 1 ਕਰੋੜ ਰੁਪਏ ਦਾ ਇਸ਼ਤਿਹਾਰ ਜਾਂਦਾ ਸੀ ਤੇ ਅੱਜ ਦੀ ਸਰਕਾਰ 10 ਕਰੋੜ ਰੁਪਏ ਦਾ ਇਸ਼ਤਿਹਾਰ ਉਹਦੇ ਲਈ ਦੇ ਰਹੀ ਆ। ਪਰ ਜੇ ਕੰਟੀਜੈਂਸੀ ਫੰਡਸ ਉਹਦੇ ਵਿੱਚ ਕੋਈ ਲੰਮੇ ਵਾਧੇ ਨਹੀਂ ਹੋਏ, ਕੋਈ ਆਪਾਤਕਾਲੀਨ ਜਿਹੜੀ ਸਥਿਤੀ ਹੁੰਦੀ ਆ, ਡਿਜ਼ਾਸਟਰ ਹੋ ਜਾਂਦਾ, ਉਹਦੇ ਫੰਡਸ ਦੇ ਵਿੱਚ ਕਿਤੇ ਕੋਈ ਵੱਡੇ ਵਾਧੇ ਨਹੀਂ ਹੋਏ। ਸੋ ਇੱਥੋਂ ਸਾਨੂੰ ਸਮਝ ਆਉਂਦਾ ਕਿ ਜਿਹੜੀ ਤੁਸੀਂ ਗੱਲ ਕੀਤੀ ਆ, ਸਿਰਫ ਸਰਕਾਰ ਦੀਆਂ ਪਾਲਿਸੀ ਜਿਹੜੀਆਂ ਉਹ ਵੱਡੇ ਨੂੰ ਰਜਾਉਂਦੀਆਂ ਹੁੰਦੀਆਂ, ਜਿਹਦੇ ਕਰਕੇ ਬਹੁਤ ਵੱਡਾ ਵਿਤਕਰਾ ਗਰੀਬ ਔਰ ਅਮੀਰ ਦੇ ਵਿੱਚ ਆ ਜਾਂਦਾ। ਕੈਪੀਟਲਿਸਟ ਬੰਦੇ ਦੇ ਵਿੱਚ ਔਰ ਥੱਲੇ ਜਿਹੜਾ ਲੋਅਰ ਕਲਾਸ ਹੈ, ਸਕਿਲਡ ਵਰਕਰ ਆ ਜਾਂ ਕਿਸਾਨ ਆ ਜਾਂ ਮਿਹਨਤਕਸ਼ ਬੰਦਾ, ਉਹਦੇ ਵਿੱਚ ਐਡਾ ਵੱਡਾ ਅੰਤਰ ਆ ਜਾਂਦਾ, ਜਿਹਦੇ ਕਰਕੇ ਉਹ ਕਦੀ ਮੇਲ ਨਹੀਂ ਹੋ ਪਾਉਂਦਾ। ਔਰ ਉਹਨਾਂ ਨੂੰ ਤਾਂ ਹਰ ਤਰ੍ਹਾਂ ਦੇ ਰਿਲੀਫ ਘਰ ਬੈਠੇ ਮਿਲ ਜਾਂਦੇ ਆ, ਪਰ ਕਿਸਾਨਾਂ ਨੂੰ, ਮਿਹਨਤਕਸ਼ ਲੋਕਾਂ ਨੂੰ ਕਚਹਿਰੀਆਂ ਦੇ, ਅਫਸਰਾਂ ਦੇ ਦਫ਼ਤਰਾਂ ਦੇ ਗੇੜੇ ਮਾਰਦੇ ਥੱਕ ਜਾਂਦੇ ਆ, ਉਹਨਾਂ ਦੀਆਂ ਜੁੱਤੀਆਂ ਘਸ ਜਾਂਦੀਆਂ, ਪਰ ਉਹਨਾਂ ਨੂੰ ਮੁਆਵਜ਼ੇ ਨਹੀਂ ਮਿਲਦੇ। ਸਾਰੀ ਉਮਰ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਇਸ ਗੱਲ ਨੂੰ ਲੋਚਦੀਆਂ ਰਹਿੰਦੀਆਂ ਕਿ ਸ਼ਾਇਦ ਸਰਕਾਰ ਉਹਨਾਂ ਦੀ ਗੱਲ ਸੁਣੂਗੀ, ਸ਼ਾਇਦ ਸਰਕਾਰ ਗੱਲ ਸੁਣੂਗੀ। ਇਹਦੇ ਵਿੱਚ ਫਿਰ ਆਲ ਇਨ ਆਲ ਇਹ ਆ, ਸਰਕਾਰਾਂ ਦੀ ਨਲਾਇਕੀ, ਉਹਨਾਂ ਦੀ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ ਕਮੀ, ਪੰਜਾਬ ਦੇ ਵਿੱਚ ਡਰੇਨੇਜ ਸਿਸਟਮ ਦਾ ਮਾੜਾ ਹੋਣਾ, ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਕਰਕੇ, ਜਿਹੜਾ ਸੁਪਰੀਮ ਕੋਰਟ ਦੇ ਵਿੱਚ ਬਾਰਡਰ ਸਿਕਿਉਰਿਟੀ ਫੋਰਸ ਨੇ ਕਿਹਾ ਸੀ ਕਿ ਇਸ ਪੰਜਾਬ ਦੇ ਵਿੱਚ ਫਲੱਡਸ ਆ ਸਕਦੇ ਆ, ਉਦੋਂ ਸਰਕਾਰਾਂ ਨੇ ਉਹ ਮਾਈਨਿੰਗਸ ਕਿਉਂ ਨਹੀਂ ਰੋਕੀਆਂ? ਉਦੋਂ ਡਰੇਨੇਜ ਸਿਸਟਮ ਨੂੰ ਹੋਰ ਮਜ਼ਬੂਤ ਕਿਉਂ ਨਹੀਂ ਕੀਤਾ? ਹਰ ਜਗ੍ਹਾ ਦੇ ਉੱਤੇ ਜਿੱਥੇ ਕਿਤੇ ਕੋਈ ਖਾਲੀ ਨਾਲਾ, ਕੋਈ ਇਸ ਤਰ੍ਹਾਂ ਦਾ ਚੀਜ਼ ਮਿਲਦੀ ਹੈ, ਉਹਦੇ ਉੱਤੇ ਤਾਂ ਲੋਕਾਂ ਨੇ ਇਲੀਗਲ ਕਈ ਜਗ੍ਹਾ ਤੇ ਕਬਜ਼ੇ ਕਰ ਲਏ। ਸੋ ਜੇ ਪਾਣੀ ਨੂੰ ਅੱਛੀ ਤਰ੍ਹਾਂ ਟ੍ਰੇਨ ਹੋਣ ਲਈ ਰਸਤਾ ਹੀ ਨਹੀਂ ਮਿਲੂਗਾ ਤੇ ਫਲੱਡਸ ਹੀ ਆਉਣੇ ਆ। ਪਵਨ ਸੋ ਜੀ ਇਸ ਦੇਖੋ, ਕਰਕੇ ਸੰਜੀਵ ਜੀ, ਇਹ ਸਾਰੀਆਂ ਗੱਲਾਂ ਇਹ ਗੱਲ ਵੱਲ ਬਿਲਕੁਲ ਇਸ਼ਾਰਾ ਤੁਸੀਂ ਬਿਲਕੁਲ ਕਹਿ ਰਹੇ ਹੋ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਤਿੰਨ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਨੇ ਜਦੋਂ ਆਪਾਂ ਡਿਜ਼ਾਸਟਰ ਮੈਨੇਜਮੈਂਟ ਦੀ ਗੱਲ ਕਰਦੇ ਹਾਂ। ਨੰਬਰ 1 ਕਿ ਸਾਨੂੰ ਪਹਿਲਾਂ ਹੀ ਅੰਦਾਜ਼ੇ ਹੁੰਦੇ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ, ਉਹਦੇ ਵਾਸਤੇ ਜਿਹੜੀ ਤਿਆਰੀ ਚਾਹੀਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰੀ ਪਲੈਨਿੰਗ। ਦੂਜਾ ਹੈ ਕਿ ਜਦੋਂ ਡਿਜ਼ਾਸਟਰ ਹੋ ਗਿਆ ਸ਼ੁਰੂ, ਤਬਾਹੀ ਸ਼ੁਰੂ ਹੋ ਗਈ, ਕੁਦਰਤੀ ਆਫਤ ਆ ਗਈ, ਉਸ ਦੌਰਾਨ ਅਸੀਂ ਕਿਸ ਤਰ੍ਹਾਂ ਆਪਣੇ ਸਾਰੇ ਨਾਗਰਿਕਾਂ ਦੀ ਮਦਦ ਕਰ ਸਕਦੇ ਹਾਂ, ਕਿੱਦਾਂ ਸਾਡੀ ਰਾਖੀ ਹੋ ਸਕਦੀ ਹੈ, ਕਿੱਦਾਂ ਇੱਕ ਦੂਜੇ ਦਾ ਸਾਥ ਦੇ ਸਕਦੇ ਹਾਂ। ਤੀਜਾ, ਜਦੋਂ ਤਬਾਹੀ ਖਤਮ ਹੋ ਗਈ, ਆਪਣੇ ਪਿੱਛੇ ਜਿਹੜੀ ਤਬਾਹੀ ਛੱਡ ਕੇ ਗਈ ਹੈ, ਜਿਹੜਾ ਉਜਾੜਾ ਛੱਡ ਕੇ ਗਈ ਹੈ, ਉਹਨੂੰ ਸਮੇਟਣਾ ਕਿਵੇਂ ਹੈ, ਲੋਕਾਂ ਨੂੰ ਕਿਵੇਂ ਸਾਂਭਣਾ ਹੈ। ਇਹ ਤਿੰਨੇ ਫਰੰਟਸ ਨੇ, ਪ੍ਰੀ ਪਲੈਨਿੰਗ ਤੇ ਨੰਬਰ 2 ਤੇ ਉੱਤੇ ਡਿਊਰਿੰਗ ਡਿਜ਼ਾਸਟਰ, ਨੰਬਰ 3 ਆਫਟਰ ਮੈਥ, ਕਿ ਪੁਰਾਣਾ ਜੋ ਸਾਰਾ ਛੱਡ ਕੇ ਗਈ ਹੈ, ਸਾਰੀ ਤਬਾਹੀ ਤੋਂ ਬਾਅਦ ਜੋ ਹਾਲਾਤ ਬਣੇ। ਇਹ ਤਿੰਨਾਂ ਫਰੰਟਸ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਸਾਡੀਆਂ ਸਰਕਾਰਾਂ ਪੂਰੀ ਤਰ੍ਹਾਂ ਤੇ ਤਿਆਰ ਨੇ, ਸਾਡੇ ਡਿਪਾਰਟਮੈਂਟਸ ਪੂਰੀ ਤਰ੍ਹਾਂ ਤੋਂ ਤਿਆਰ ਨੇ। ਹਾਲਾਂਕਿ ਆਰਮੀ ਨੂੰ ਬੁਲਾ ਲਿਆ ਜਾਂਦਾ, ਆਰਮੀ ਨੂੰ ਡਿਪਲੋਏ ਕੀਤਾ ਜਾਂਦਾ, ਔਰ ਆਰਮੀ ਆਪਣੀ ਪੂਰੀ ਜ਼ੋਰ ਲਗਾ ਕੇ ਜਿੰਨੀ ਵੀ ਸਹਾਇਤਾ ਕਰ ਸਕਦੀ ਹੈ ਜ਼ਰੂਰ ਕਰਦੀ ਹੈ, ਔਰ ਲੋਕ ਇੱਕ ਦੂਜੇ ਨਾਲ ਜ਼ਰੂਰ ਖੜੇ ਹੁੰਦੇ ਨੇ। ਸੋ ਅਸੀਂ ਹਮੇਸ਼ਾ ਦੇਖਦੇ ਹਾਂ। ਸੋ ਇਹ ਸ਼ੁਰੂ ਤੋਂ ਦੇਖਦੇ ਆ ਰਹੇ ਹਾਂ। ਇੱਕ ਪੁਆਇੰਟ ਜੋ ਇਹਦੇ ਵਿੱਚੋਂ ਹੀ ਨਿਕਲਦਾ, ਜਿੱਦਾਂ ਅਸੀਂ ਕਰਪਸ਼ਨ ਦੀ ਗੱਲ ਕੀਤੀ ਹੈ, ਜਿੱਦਾਂ ਅਸੀਂ ਕਾਰਪੋਰੇਟਸ ਦੀ ਗੱਲ ਕੀਤੀ ਹੈ, ਸਰਕਾਰਾਂ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਹੈ, ਇੱਕ ਪੁਆਇੰਟ, ਕਿਉਂਕਿ ਹੁਣ ਇਲੈਕਸ਼ਨਸ ਆਉਣ ਵਾਲੀਆਂ ਨੇ 2024 ਦੀਆਂ, ਸਾਰਿਆਂ ਨੂੰ ਇਹ ਹਦਾਇਤ ਹੈ ਕਿ ਤੁਸੀਂ ਆਪਣੀ ਜੋ ਸੰਪत्ति ਹੈ ਡਿਕਲੇਅਰ ਕਰੋ, ਆਪਣੀ ਇਨਕਮ ਡਿਕਲੇਅਰ ਕਰੋ। ਇੱਥੋਂ ਤੱਕ ਕਿ ਲੀਡਰਸ ਵੀ ਡਿਕਲੇਅਰ ਕਰਦੇ ਨੇ, ਔਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਆਮਦਨ ਤੋਂ ਜ਼ਿਆਦਾ ਉਹਨਾਂ ਦਾ ਪ੍ਰੋਪਰਟੀ ਦਾ ਮਿਲਦਾ ਹੈ ਖਰਚਾ, ਤਾਂ ਇਸ ਕਰਕੇ ਉਹਨਾਂ ਦੇ ਉੱਤੇ ਰੇਟਸ ਵੀ ਹੁੰਦੇ ਨੇ, ਉਹ ਵੀ ਦੇਖਣ ਨੂੰ ਮਿਲਦੇ ਨੇ। ਇੱਕ ਪੁਆਇੰਟ, ਕੋਈ ਵੀ ਪੋਲੀਟੀਕਲ ਪਾਰਟੀ ਇਹ ਡਿਕਲੇਅਰ ਨਹੀਂ ਕਰਦੀ ਕਿ ਉਹਨਾਂ ਕੋਲ ਪਾਰਟੀ ਫੰਡ ਕਿੰਨਾ ਹੈ, ਪੋਲੀਟੀਕਲ ਫੰਡ ਕਿੰਨਾ ਹੈ, ਕਿੱਥੋਂ ਆ ਰਿਹਾ, ਕਿਹੜੇ ਸੋਰਸਿਸ ਨੇ। ਕੋਈ ਵੀ ਪੋਲੀਟੀਕਲ ਪਾਰਟੀ ਇਹ ਓਪਨ ਨਹੀਂ ਕਰਦੀ, ਇਹ ਡਿਕਲੇਅਰ ਨਹੀਂ ਕਰਦੀ, ਤੇ ਨਾ ਹੀ ਉਹਨਾਂ ਕੋਲੋਂ ਕਾਨੂੰਨਨ ਇਹ ਡਿਟੇਲਸ ਲਈ ਜਾ ਸਕਦੀ ਹੈ, ਕਿਉਂਕਿ ਇੱਦਾਂ ਦੀ ਕੋਈ ਸੁਵਿਧਾ ਨਹੀਂ ਕਾਨੂੰਨੀ ਤੌਰ ਤੇ ਸਿਟੀਜ਼ਨਸ ਕੋਲ ਕਿ ਕਿਸੇ ਵੀ ਪਾਰਟੀ ਦਾ ਪਾਰਟੀ ਫੰਡ ਪੁੱਛਿਆ ਜਾ ਸਕੇ। ਇਹ ਕੀ ਰਾਜ਼ ਹੈ ਪਵਨ ਜੀ? ਸੰਜੀਵ ਜੀ, ਇਹ ਵੀ ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ। ਬੜਾ ਅੱਛਾ ਸਵਾਲ ਹੈ, ਰੈਲੇਵੈਂਟ ਸਵਾਲ ਹੈ ਕਿ ਦੇਸ਼ ਦੇ ਨਾਗਰਿਕ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਕਿ ਉਹ ਜਾਣ ਸਕੇ, ਸਮਝ ਸਕੇ ਜਿਸ ਪਾਰਟੀ ਨੂੰ ਵੋਟ ਕਰ ਰਹੇ ਆ, ਉਸ ਪਾਰਟੀ ਦਾ ਬੁਨਿਆਦੀ ਸਾਧਨ ਕੀ ਨੇ, ਉਸ ਪਾਰਟੀ ਨੂੰ ਕਿੱਥੋਂ ਫੰਡ ਮਿਲ ਰਿਹਾ, ਕੀ ਉਹਨਾਂ ਨੂੰ ਲੀਗਲ ਫੰਡ ਮਿਲ ਰਿਹਾ, ਕੀ ਉਹਨਾਂ ਨੂੰ ਇਲੀਗਲ ਫੰਡ ਮਿਲ ਰਿਹਾ, ਕੀ ਉਹਨਾਂ ਨੂੰ ਚੰਗੇ ਲੋਕਾਂ ਕੋਲ ਮਿਲ ਰਿਹਾ, ਕੀ ਉਹਨਾਂ ਨੂੰ ਮਾੜੇ ਲੋਕਾਂ ਕੋਲ ਮਿਲ ਰਿਹਾ। ਇਹ ਸਾਰੀਆਂ ਗੱਲਾਂ ਜਾਣਨ ਦਾ ਅਧਿਕਾਰ ਦੇਸ਼ ਦੇ ਨਾਗਰਿਕਾਂ ਨੂੰ ਹੋਣਾ ਚਾਹੀਦਾ। ਪਰ ਜਿੱਥੇ ਪੋਲੀਟੀਕਲ ਪਾਰਟੀਜ਼ ਦੀ ਆਪਣੀ ਗੱਲ ਆ ਜਾਂਦੀ ਆ, ਆਪਣੇ ਰਵੱਈਏ ਦੀ ਗੱਲ ਆ ਜਾਂਦੀ ਆ, ਕਿਉਂਕਿ ਉਹਨਾਂ ਦੀਆਂ ਸਰਕਾਰਾਂ ਔਰ ਦਰਬਾਰੇ ਜਿਹੜੀ ਆ, ਉਹ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਸਰਕਾਰਾਂ ਉਹਨਾਂ ਕੋਲ ਹੁੰਦੀਆਂ, ਤਾਕਤਾਂ ਉਹਨਾਂ ਕੋਲ ਹੁੰਦੀਆਂ, ਲੈਜਿਸਲੇਸ਼ਨ ਉਹਨਾਂ ਕੋਲ ਹੁੰਦੀ ਆ, ਚਾਹੇ ਪਾਰਲੀਮੈਂਟ ਦੀ ਗੱਲ ਹੋਵੇ, ਚਾਹੇ ਸੂਬਿਆਂ ਦੀ ਗੱਲ ਹੋਵੇ। ਉੱਥੇ ਫਿਰ ਕਾਨੂੰਨ ਪਾਸ ਕਰਨੇ ਤੁਸੀਂ ਇੱਕ ਚੀਜ਼ ਦੇਖੀ ਹੋਊਗੀ, ਜਦੋਂ
ਜਦੋਂ ਵੀ ਐਮਐਲਏ ਜਾਂ ਐਮਪੀਜ਼ ਨੇ ਆਪਣੀ ਸੈਲਰੀ ਵਧਾਉਣੀ ਹੁੰਦੀ ਆ ਤੇ ਸਾਰੀਆਂ ਪਾਰਟੀਆਂ ਇਕਜੁੱਟ ਹੋ ਜਾਂਦੀਆਂ। ਕੋਈ ਇੱਕ ਵੀ ਪਾਰਟੀ ਦਾ ਬੰਦਾ ਵਿਰੋਧੀ ਪਾਰਟੀ ਦਾ ਵੀ ਵਿਰੋਧ ਨਹੀਂ ਕਰਦਾ ਕਿ ਸੈਲਰੀ ਕਿਉਂ ਵਧਾਈ ਹੈ। ਜਦੋਂ ਆਪਦੀ ਗੱਲ ਹੁੰਦੀ ਆ ਤੇ ਸਾਰੇ ਇੱਕੋ ਜਗ੍ਹਾ ਦੇ ਉੱਤੇ ਇਕੱਠੇ ਹੋ ਜਾਂਦੇ, ਇੱਕੋ ਪਲੇਟਫਾਰਮ ਤੇ ਇਕੱਠੇ ਹੋ ਜਾਂਦੇ ਆ। ਫਿਰ ਉਹ ਕਹਿੰਦੇ ਚੋਰ ਚੋਰ ਮਸੇਰਾ ਭਾਈ। ਸੋ ਇਸ ਕਰਕੇ ਹਰ ਪਾਰਟੀ ਜਿਹੜੀ ਹੈ ਇਸ ਗੱਲ ਦੇ ਉੱਤੇ, ਇਸ ਵਿਸ਼ੇ ਦੇ ਉੱਪਰ ਨਹੀਂ ਆਉਂਦੀ ਕਿ ਉਹਨਾਂ ਦੀ ਰੈਵਨਿਊ ਜਨਰੇਸ਼ਨ ਜਿਹੜੀ ਹੈ ਜਾਂ ਉਹਨਾਂ ਨੂੰ ਫੰਡ ਮਿਲਦੇ ਆ ਜਾਂ ਪੈਸਾ ਕਿੱਥੋਂ ਆਉਂਦਾ ਉਹ ਦੱਸਿਆ ਜਾਵੇ, ਕਿਉਂਕਿ ਸਾਰੀਆਂ ਹੀ ਪਾਰਟੀਆਂ ਲਗਭਗ ਫੰਡ ਲੈਣ ਵੇਲੇ ਕਿਸੇ ਵੀ ਤਰੀਕੇ ਦੇ ਬੰਦੇ ਕੋਲੋਂ ਫੰਡ ਲੈ ਲੈਂਦੀਆਂ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਕੋਈ ਮਿਹਨਤਕਸ਼ ਬੰਦਾ, ਲੇਬਰ ਕਲਾਸ ਦਾ ਬੰਦਾ ਜਾਂ ਕੋਈ ਮਿਡਲ ਕਲਾਸ, ਲੋਅਰ ਮਿਡਲ ਕਲਾਸ ਦਾ ਬੰਦਾ ਆਪਣਾ ਘਰ ਚਲਾਏਗਾ ਕਿ ਫੰਡ ਦੇਗਾ ਇਹਨਾਂ ਲੀਡਰਾਂ ਨੂੰ? ਇਹਨਾਂ ਨੂੰ ਫੰਡ ਕੌਣ ਦੇਗਾ? ਜਿਹਦੇ ਕੋਲ 2 ਨੰਬਰ ਦਾ ਪੈਸਾ, ਜਿਹਦੇ ਕੋਲ ਜ਼ਿਆਦਾ ਪੈਸਾ, ਜਿੰਨੇ ਆਪਣੇ ਕੰਮਕਾਰ ਵੱਡੇ ਲੈਵਲ ਤੇ ਕਰਾਉਣੇ ਆ। ਔਰ ਜਿਹੜਾ ਪੈਸਾ ਇਕੱਠਾ ਹੋਣਾ ਵਾ ਉਹ ਤੁਹਾਨੂੰ ਪਤਾ ਆ ਕਿ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਗਲਤ ਕੰਮ ਕਰਕੇ ਹੀ ਮਾਇਆ ਇਕੱਠੀ ਹੁੰਦੀ ਆ। ਇਮਾਨਦਾਰੀ ਦੇ ਨਾਲ, ਬੜੀ ਨੇਕ ਨੀਤੀ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਮਾਇਆ ਇਕੱਠੀ ਕਰਨੀ ਬੜੀ ਮੁਸ਼ਕਲ ਆ। ਸੋ ਇਸ ਕਰਕੇ ਇਹ ਪੋਲੀਟੀਕਲ ਲੀਡਰਸ, ਪੋਲੀਟੀਕਲ ਪਾਰਟੀਆਂ ਹਰ ਤਰ੍ਹਾਂ ਦੇ ਬੰਦੇ ਕੋਲੋਂ ਫੰਡ ਲੈ ਲੈਂਦੀਆਂ। ਬਹੁਤ ਸਾਰੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਬੰਦੇ ਇਹਨਾਂ ਨੂੰ ਫੰਡ ਦਿੰਦੇ ਆ। ਉਹ ਫੰਡ ਫਿਰ ਉਹ ਪਾਰਟੀਆਂ ਕੋਲੋਂ ਕੰਮ ਕਰਾਉਣ ਵਾਸਤੇ ਯੂਟੀਲਾਈਜ਼ ਕਰਦੇ ਆ। ਸੋ ਇਸ ਕਰਕੇ ਤੁਸੀਂ ਦੇਖਿਆ ਕਈ ਵਾਰੀ ਕਈਆਂ ਕੋਲੋਂ ਆਰੋਪ ਲੱਗਦੇ ਰਹੇ, ਮੈਂ ਤੇ ਕਹਿੰਦਾ ਆਮ ਆਦਮੀ ਪਾਰਟੀ ਤੱਕ ਤੇ ਆਰੋਪ ਲੱਗਦੇ ਰਹੇ ਕਿ ਇਹ ਅਮਰੀਕਾ ਦੀ ਏਜੰਸੀਜ਼ ਕੋਲੋਂ ਫੰਡ ਲੈਂਦੇ ਆ। ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਕਈ ਤਰ੍ਹਾਂ ਦੇ ਇਨਕਸ਼ਾਫ ਵੀ ਕੀਤਾ, ਮੰਨਿਆ ਵੀ ਕਿ ਅਸੀਂ ਕਈਆਂ ਕੋਲ ਫੰਡ ਲਏ ਆ। ਕਈ ਗੱਲਾਂ ਹੋਈਆਂ ਇਸੇ ਤਰੀਕੇ ਨਾਲ। ਭਾਰਤੀ ਜਨਤਾ ਪਾਰਟੀ, ਕਾਂਗਰਸ, ਇਹ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਇੰਨੇ ਜ਼ਿਆਦਾ ਖਰਚੇ ਕਰਦੀਆਂ ਚੋਣਾਂ ਦੇ ਵਿੱਚ। ਵੱਡੇ ਲੀਡਰਸ ਇੰਨਾ ਜ਼ਿਆਦਾ ਟਰੈਵਲ ਕਰਦੇ ਆ, ਕਰੋੜਾਂ ਕਰੋੜਾਂ ਰੁਪਏ ਤੇ ਇਹਨਾਂ ਦੀ ਇੱਕ ਸਟੇਜ ਦੇ ਉੱਤੇ ਲੱਗ ਜਾਂਦੇ ਆ, ਕਰੋੜਾਂ ਰੁਪਏ ਇੱਕ ਰੈਲੀ ਦੇ ਉੱਤੇ ਲੱਗ ਜਾਂਦੇ ਨੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਸਾਂ ਇਹਨਾਂ ਦੇ ਪਿੱਛੇ ਚੱਲਦੀਆਂ ਨੇ, ਇੰਨੀ ਟਰਾਂਸਪੋਰਟ ਚੱਲਦੀ ਆ, ਸੂਬੇ ਦੇ ਸੂਬੇ ਜਾਮ ਹੋ ਜਾਂਦੇ ਆ। ਇੰਨਾ ਪੈਸਾ ਕਿੱਥੋਂ ਆਉਂਦਾ? ਇਹ ਫਿਰ ਉਹ ਲੋਕ ਇਹਨਾਂ ਨੂੰ ਪੈਸਾ ਦਿੰਦੇ ਆ ਜਿਨ੍ਹਾਂ ਨੇ ਆਪਣੇ ਕੰਮ ਇਹਨਾਂ ਕੋਲੋਂ ਕਰਵਾਉਣੇ ਹੁੰਦੇ ਆ। ਤੁਸੀਂ ਨੋਟਿਸ ਕਰ ਲੈਣਾ ਕਿ ਹਮੇਸ਼ਾ ਵੱਡੇ ਇੰਡਸਟਰੀਅਲਿਸਟ ਇਹਨਾਂ ਲੀਡਰਾਂ ਨੂੰ ਪੈਸਾ ਦਿੰਦੇ ਆ। ਗਰੀਬ ਬੰਦਾ, ਸ਼ਰੀਫ ਬੰਦਾ ਤੇ ਪੈਸਾ ਦੇ ਨਹੀਂ ਸਕਦਾ, ਤਾਂ ਹੀ ਕਰਕੇ ਗਰੀਬ ਬੰਦੇ ਦੀ ਸੁਣਵਾਈ ਨਹੀਂ ਹੁੰਦੀ। ਉਹਦੇ ਵਾਸਤੇ ਕਾਨੂੰਨ ਹੋਰ ਹੋ ਜਾਂਦਾ, ਅਮੀਰ ਬੰਦੇ ਵਾਸਤੇ ਹੋਰ ਹੋ ਜਾਂਦਾ। ਅਮੀਰ ਬੰਦਾ ਕਿਸੇ ਵੱਡੇ ਲੀਡਰ ਦੀ ਚੋਣ ਆਉਂਦੀ ਆ, 10-20 ਕਰੋੜ ਨੂੰ ਫੰਡ ਦਿੰਦਾ ਤੇ ਉਹ ਘਰ ਬੈਠਾ ਹੀ ਫੋਨ ਕਰਕੇ ਕਹਿੰਦਾ ਜੀ ਮੇਰਾ ਆਹ ਕੰਮ ਕਰਾ ਦਿਓ, ਤੇ ਉਹ ਲੀਡਰ ਫਿਰ ਉਹਦੇ ਘਰ ਕੰਮ ਕਰਾ ਕੇ ਉਹਦੇ ਘਰ ਜਾ ਕੇ ਦੱਸਣ ਜਾਂਦਾ। ਸੋ ਇਸ ਕਰਕੇ ਇਹ ਗੱਲ ਤੁਹਾਡੀ ਠੀਕ ਹੈ ਕਿ ਪੰਜਾਬ ਦੀ ਕੀ, ਸੂਬੇ ਦੀ ਕੀ, ਪੂਰੇ ਦੇਸ਼ ਦੇ ਵਿੱਚ ਜਿੰਨੀਆਂ ਪੋਲੀਟੀਕਲ ਪਾਰਟੀਆਂ ਆ, ਏਦਾਂ ਦਾ ਕੋਈ ਨਾ ਕੋਈ ਲਾਅ ਆਉਣਾ ਚਾਹੀਦਾ, ਕੋਈ ਨਾ ਕੋਈ ਕਾਨੂੰਨ ਏਦਾਂ ਦਾ ਬਣਨਾ ਚਾਹੀਦਾ ਕਿ ਸਾਡੇ ਦੇਸ਼ ਦੇ ਵਿੱਚ ਟਰਾਂਸਪੇਰੈਂਸੀ ਵਧੇ, ਲੋਕਾਂ ਨੂੰ ਸਮਝ ਆਵੇ ਕਿ ਕਿੰਨਾ ਫੰਡ ਕਿਸ ਪਾਰਟੀ ਕੋਲ ਆ, ਕਿੰਨਾ ਫੰਡ ਕਿਹੜੇ ਵਿਅਕਤੀ ਨੇ ਦਿੱਤਾ, ਕੀ ਉਹ ਵਿਅਕਤੀ ਜੈਨੂਨ ਆ, ਕੀ ਉਹ ਦੇਸ਼ ਦੇ ਲਈ ਹਿਤਕਾਰੀ ਆ। ਜੇ ਗਲਤ ਲੋਕ, ਦੇਸ਼ ਦੇ ਖਿਲਾਫ ਚੱਲਣ ਵਾਲੇ ਲੋਕ ਦੇਸ਼ ਦੀਆਂ ਪਾਰਟੀਆਂ ਨੂੰ ਫੰਡ ਦੇਣਗੇ ਤੇ ਫਿਰ ਉਹ ਉਹਨਾਂ ਕੋਲ ਉਦਾਂ ਦੇ ਕੰਮ ਕਰਾਉਣਗੇ ਜਿਹੜੇ ਦੇਸ਼ ਦੇ ਹਿੱਤ ਵਿੱਚ ਨਹੀਂ। ਔਰ ਜਿਹੜੀ ਫੰਡਸ ਦਾ ਮਾਮਲਾ, ਇੱਕ ਜਿਵੇਂ ਸਮੁੰਦਰ ਦੇ ਵਿੱਚ ਆਈਸਬਰਗ ਹੁੰਦਾ ਹੈ, ਥੋੜਾ ਜਿਹਾ ਟਿਪ ਉੱਪਰ ਦਿਖਦੀ ਆ, ਬਹੁਤ ਜ਼ਿਆਦਾ ਉਹ ਜ਼ਮੀਨ ਪਾਣੀ ਦੇ ਅੰਦਰ ਹੁੰਦਾ। ਸਿਆਸੀ ਪਾਰਟੀਆਂ ਦਾ ਵੀ ਇਹੀ ਹਾਲ ਆ ਕਿ ਬਹੁਤ ਥੋੜਾ ਪੈਸਾ ਜਿਹੜਾ ਇਹ ਲੋਕਾਂ ਨੂੰ ਦੱਸਦੇ ਆ, ਪਰ ਇਹਨਾਂ ਦੇ ਅੰਦਰ, ਇਹਨਾਂ ਦੀ ਪਿਗੀ ਬੈਂਕ ਦੇ ਵਿੱਚ ਕਰੋੜਾਂ, ਅਰਬਾਂ, ਖਰਬਾਂ ਰੁਪਏ ਪਏ ਹੁੰਦੇ ਆ, ਜਿਹੜਾ ਹਮੇਸ਼ਾ ਆਮ ਲੋਕਾਂ ਨੂੰ ਲੱਗ ਹੀ ਨਹੀਂ ਪਾਉਂਦਾ। ਸੋ ਇਸ ਕਰਕੇ ਜੇ ਬਲੈਕ ਮਨੀ ਦੇਸ਼ ਦੇ ਵਿੱਚੋਂ ਖਤਮ ਕਰਨੀ ਆ, ਜੇ ਕਰਪਸ਼ਨ ਦੇਸ਼ ਦੇ ਵਿੱਚੋਂ ਖਤਮ ਕਰਨੀ ਆ, ਤੇ ਪਹਿਲੀ ਮਿਸਾਲ ਇਹਨਾਂ ਪੋਲੀਟੀਕਲ ਪਾਰਟੀਜ਼ ਨੂੰ ਆਪਣੀ ਦੇਣੀ ਚਾਹੀਦੀ ਆ। ਦੱਸਣਾ ਚਾਹੀਦਾ ਕਿ ਸਾਡੇ ਕੋਲ ਜਿਹੜਾ ਫੰਡ ਆ ਬਿਲਕੁਲ ਵਾਈਟ ਦੇ ਵਿੱਚ ਆ, ਵਾਈਟ ਮਨੀ ਵਾਲੇ ਲੋਕਾਂ ਨੇ ਦਿੱਤਾ, ਔਰ ਅਸੀਂ ਚੰਗਾ ਪੈਸਾ ਲੈ ਕੇ ਲੋਕਾਂ ਦੇ ਹਿੱਤ ਲਈ ਹੀ ਕੰਮ ਕਰਾਂਗੇ। ਪਰ ਜੇ ਇਹੀ ਪਾਰਟੀਆਂ ਜਿਨ੍ਹਾਂ ਨੇ ਦੇਸ਼ ਵਿੱਚ ਗੱਲ ਕਰਨੀ ਕਿ ਕਾਲਾ ਪੈਸਾ, ਕਾਲਾ ਧਨ ਖਤਮ ਕਰਾਂਗੇ, ਕਰਪਸ਼ਨ ਖਤਮ ਕਰਾਂਗੇ, ਤੇ ਜੇ ਉਹੀ ਮਾੜੇ ਅਨਸਰਾਂ ਕੋਲੋਂ ਪਾਰਟੀ ਦੇ ਫੰਡ ਲੈਂਦੇ ਹੋਣਗੇ, ਤੇ ਤੁਸੀਂ ਆਪ ਸੋਚ ਲਓ ਕਿ ਸਾਡੇ ਦੇਸ਼ ਦਾ ਫਿਊਚਰ, ਮੁਸਤਕਬਲ ਜਿਹੜਾ ਭਵਿੱਖ ਹੈ, ਉਹ ਫਿਰ ਕਿੱਦਾਂ ਦਾ ਹੋਣ ਵਾਲਾ। ਸਾਡੇ ਦੇਸ਼ ਦੇ ਲੋਕ ਕਿਸ ਤਰ੍ਹਾਂ ਕਰਪਸ਼ਨ ਫ੍ਰੀ ਹੋ ਸਕਣਗੇ, ਕਿਸ ਤਰ੍ਹਾਂ ਉਹਨਾਂ ਨੂੰ ਆਮ ਯੋਜਨਾਵਾਂ ਧਰਾਤਲ ਤੱਕ ਗਰੀਬ ਤੋਂ ਗਰੀਬ ਲੋਕਾਂ ਨੂੰ ਪਹੁੰਚ ਸਕਣਗੀਆਂ, ਜੇ ਉਹਨਾਂ ਦੇ ਉੱਪਰ ਬੈਠੇ ਮੁਸੱਲਤ ਕੀਤੀ ਗਈ ਵੱਡੀ ਲੀਡਰਸ਼ਿਪ, ਵੱਡੀ ਪੋਲੀਟੀਕਲ ਪਾਰਟੀਆਂ ਇਮਾਨਦਾਰੀ ਦੇ ਨਾਲ ਨਹੀਂ ਚੱਲਣਗੀਆਂ, ਕਰਪਟ ਲੋਕਾਂ ਕੋਲੋਂ ਪੈਸਾ ਲੈਣਗੀਆਂ ਔਰ ਲੁਕਾਉਣਗੀਆਂ, ਜਨਤਾ ਨੂੰ ਹੀ ਨਹੀਂ ਦੱਸਣਗੀਆਂ ਤੇ ਜਨਤਾ ਕੋਲੋਂ ਹੀ ਵੋਟ ਲੈਣਗੀਆਂ। ਸੋ ਤੁਹਾਡਾ ਸਵਾਲ ਬਹੁਤ ਵਾਜਿਬ ਆ, ਸਲੂਟ ਹੈ ਤੁਹਾਨੂੰ ਇਸ ਸਵਾਲ ਲਈ ਕਿ ਇਹ ਸਾਰੀਆਂ ਕਾਰਜਕਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਲੋਕਾਂ ਦੇ ਸਾਹਮਣੇ ਆਪਣੀਆਂ ਰੱਖਣ ਦੀ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ। ਜੀ ਪਵਨ ਜੀ, ਬਹੁਤ-ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਸੀਂ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਅਸੀਂ ਹੋਰ ਵਿਸ਼ੇ ਲੈ ਕੇ ਤੁਹਾਡੇ ਕੋਲ ਪਹੁੰਚਦੇ ਰਵਾਂਗੇ। ਔਰ ਜਾਂਦੇ ਜਾਂਦੇ ਮੈਂ ਆਪਣੇ ਵੱਲੋਂ ਇੱਕ ਕਨਕਲੂਡ ਕਰਾਂਗਾ ਕਿ ਜਿਹੜਾ ਇਹ ਕਿਹਾ ਜਾਂਦਾ ਨਾ ਕਿ ਕਾਰਪੋਰੇਟਸ ਦੇ ਲੱਖਾਂ ਕਰੋੜਾਂ ਦੇ ਜਿਹੜੇ ਕਰਜ਼ੇ ਨੇ ਮਾਫ ਕਰ ਦਿੱਤੇ ਗਏ ਨੇ, ਉਸ ਤੋਂ ਬਾਅਦ ਸ਼ਾਇਦ ਇਹ ਕਾਰਪੋਰੇਟਸ ਵੀ ਪੋਲੀਟੀਕਲ ਪਾਰਟੀਜ਼ ਨੂੰ ਪੋਲੀਟੀਕਲ ਫੰਡਿੰਗ ਕਰਦੀਆਂ ਨੇ, ਉਸੇ ਪੈਸੇ ਵਿੱਚੋਂ ਜਿਹੜਾ ਉਹਨਾਂ ਦਾ ਕਰਜ਼ਾ ਮਾਫ ਕਰ ਦਿੱਤਾ ਗਿਆ। ਇਹ ਮੇਰੀ ਨਹੀਂ, ਇਹ ਐਕਸਪਰਟਸ ਦੀ ਰਾਏ ਹੈ, ਜੋ ਫਾਈਨੈਂਸ਼ੀਅਲ ਐਕਸਪਰਟਸ ਨੇ, ਜੋ ਇਕਨੋਮਿਕਲ ਵਰਡਸ ਦੇ ਨਾਲ ਜੁੜੇ ਹੋਏ ਐਕਸਪਰਟਸ ਨੇ। ਬਹੁਤ ਬਹੁਤ ਸ਼ੁਕਰੀਆ ਪਵਨ ਜੀ, ਥੈਂਕ ਯੂ ਸੋ ਮਚ।
ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਔਰ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ੍ਰੀ ਅਕਾਲ।